महला तीजा। सुहविए निमाणिए सो सहो सदा समाल। नानक जन्म सवारी अपना कुल भी छुट्टी नाल। पौड़ी। आपे तख्त रचायवानो आकाश पताला। हुक्मे धरती साजियानो सच्ची धर्मशाला। आप उपाय खपाइंदा सच्चे दीनो दयाला। सबना रिज़्क संभाहिंदा तेरा हुक्म निराला। आपे आप वरतुदा आपे प्रतिपाला। आपे आप वरतदा आपे प्रतिपाला। शब्द गुरु साहिब श्री गुरु ग्रंथ साहिब महाराज सच्चे पातशाह जी की पावन पवित्र हजूरी दे विच। सो भाईमान गुरु प्यारिओ, आप सारे ही अति सत्कारयोग धनता दे योग बड़े भाग ने। आओ गुरबाणी विचार सरवण करिए। आरंभता तो पहला आपस विच गुर फतेह दी सांझ पाउणी। सब ने बोलना जी आखिओ वाहिगुरू जी का खालसा वाहिगुरू जी की फतेह। इसे ही शब्द का पहला हिस्सा श्लोक महला तीजा कल आपां सुन चुके हाँ। अगला श्लोक ते एक पौड़ी ਉਹ ਅੱਜ ਦੇ ਸਮੇਂ ਵਿੱਚ ਗੁਰੂ ਪਾਤਸ਼ਾਹ ਕਿਰਪਾ ਕਰਨ ਆਪਾਂ ਵਿਚਾਰਾਂਗੇ। ਤੀਜੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜੋ ਥੋੜਾ ਪਿਛਲਾ ਪੱਖ ਆਪਾਂ ਸਮਝ ਲਈਏ 1 ਮਿੰਟ ਦੇ ਵਿੱਚ, ਫਿਰ ਅਗਲੀ ਗੱਲ ਆਪਾਂ ਨੂੰ ਸੌਖੀ ਸਮਝ ਆ ਜਾਵੇਗੀ। ਸ਼ਲੋਕ ਮਹੱਲਾ ਤੀਜਾ। ਸੂਹੈ ਬੇਸ ਦੁਹਾਗਣੀ ਪਰ ਪਿਰ ਰਾਵਣ ਜਾਈ। फिर सोडिया कर अपने मोही दूजे पाए। तां तो सुहागण अखवा सकती है ऐ मेरी जीव इस्त्री, जे अपने मालक परमेश्वर पति दे हुक्म विच रमे। फिर छोड़िया कर अपने, जे अपने पिर नूं पति नूं छड्ड गई। मोही दूजे भाई, दूजे दे मोह विच जीवन जुड़ गया। फिर जिंदगी दे विच रोग ही रोग ने, दुख ही दुख ने, दुखों तो छुटकारा कदे नहीं होवेगा। अज दे शब्द विच इसे ही गल दे नाल मिलवीं गल फिर गुरु साहब ने कीती आ। महला तीजा। सुहविए निमाणिए सो सहो सदा संभाल। सूहे वेस वालिए, कच्चे रंग वालिए, निमाणीए निमाणी तो भाव विचारी। जो आप कई बार किसी ते तरस करते हैं ना, साडे मुख दे विचों ऐटोमैटिक ही आवाज़ निकलती है विचारा निमाणा। ताइयों आपां अरदास विच कहने हे निमाणियां दे मान गुरु, निताणियां दे ताण। असीं निताणे हां, ताण तो रहत हां, निमाणे हां, तरस दे पात्र हां। साडी जिहड़ी हालात आ ना जिंदगी दे, साडे
ਤਾਂ ਉਹ ਇਸ ਤਰ੍ਹਾਂ ਦੇ ਬਣ ਗਏ ਵੀ ਗੁਰੂ ਨੂੰ ਐਟੋਮੈਟਿਕ ਕਹਿਣਾ ਪੈ ਰਿਹਾ ਗਾ, ਹੇ ਵਿਚਾਰੇ ਲੋਕੋ। ਤਰਸ ਕਰਕੇ, ਤਰਸ ਦੇ ਲਹਿਜੇ ਵਿੱਚ ਗੁਰੂ ਸਾਹਿਬ ਗੱਲ ਕਰਦੇ ਨੇਗੇ। ਸੂਹ ਵਿਗੇ ਨਿਮਾਣਗੇ, ਸੂਹੇ ਬੇਸ ਵਾਲਗੇ ਐ ਨਮਾਨਗੇ। ਵਿਚਾਰਗੇ ਹੋਇਆ ਕੀ ਆ, ਸੋ ਸਹੁ ਸਦਾ ਸੰਭਾਲ। ਦੇਖ ਹੁਣ ਤਾਂ ਤੇਰੇ ਤੇ ਗੁਰੂ ਸਾਹਿਬ ਜੀ ਕਹਿੰਦੇ ਤਰਸ ਆਉਂਦਾ, ਪਰ ਤੇਰਾ ਜਿਹੜਾ ਜੀਵਨ ਆਗਾ ਉਹ ਜੀਵਨ ਤਰਸ ਦੇ ਯੋਗ ਨਹੀਂ ਰਿਹਾ, ਤੇਰੀਆਂ ਆਦਤਾਂ ਕਰਕੇ, ਮਤਲਬ ਸਾਡੀਆਂ ਆਦਤਾਂ ਕਰਕੇ। ਚੋਰ ਨੇ ਚੋਰੀ ਕੀਤੀ ਆ, ਕੁੱਟ ਪੈ ਰਹੀ ਆ, ਉਦਾਂ ਤਾਂ ਉਹਦੇ ਤੇ ਤਰਸ ਆਉਂਦਾ ਨਾ ਵੀ ਚਲੋ ਛੱਡੋ ਵਰ, ਕਾਹਨੂੰ ਇਦੋਂ ਮੁੜ ਕੇ ਉਹਨੂੰ ਸਮਝਾ ਦੋ ਵੀ ਨਾ ਚੋਰੀ ਕਰੀ। ਪਰ ਜਿਹੜੀ ਕੁੱਟ ਪੈ ਰਹੀ ਹੈ, ਛਿੱਤਰ ਪੈ ਰਹੇ ਨੂੰ, ਕਾਰਨ ਵੀ ਉਹ ਤਰਸ ਦੇ ਪਾਤਰ ਰਿਹਾ ਨਹੀਂ, ਕਾਮੀ ਅਜਿਹੇ ਕਰਦਾ। ਇੱਥੇ ਦੋ ਪੱਖ ਬਣ ਗਏ। ਪਰ ਗੁਰੂ ਆ ਜਿਹੜਾ, ਇਹ ਕਿਸੇ ਦੀ ਨਹੀਂ ਸੁਣਦਾ। ਰੱਬ ਜੀ, ਪਰਮਾਤਮਾ ਜੀ, ਇਹਨਾਂ ਦੇ ਅੰਦਰ ਤਰਸ ਦੀ ਭਾਵਨਾ। ਅਸੀਂ ਦਿਨ ਰਾਤ ਦੇ ਚੋਰ ਹਾਂ ਗੁਰੂ ਦੇ, ਅਸੀਂ ਗੁਰੂ ਦੇ ਦਿਨ ਰਾਤ ਦੇ ਹੁਕਮ ਨੂੰ ਨਾ ਮੰਨਣ ਵਾਲੇ ਹਾਂ। ਤੇ ਹੁਣ ਬੱਚਾ ਕਈ ਵਾਰ ਹੁਕਮ ਨਾ ਮੰਨੇ ਆਪਣੇ ਬਾਪ ਦਾ, ਤੇ ਬਾਪ ਵੀ ਬੱਚੇ ਦੇ ਮਗਰ ਪੈ ਜਾਂਦਾ, ਕੁੱਟਦਾ। ਆਖੇ ਲੱਗਦਾ ਹੋਵੇ ਤਾਂ ਬਾਪ ਨੂੰ ਪਿਆਰ ਕਰਦਾ। ਅਸਲੀਅਤ ਕੀ ਹੈ ਵੀ ਆਪਾਂ ਆਖੇ ਲੱਗੀਏ, ਮਤਲਬ ਕਿ ਗੁਰੂ ਸਾਡਾ ਬਾਪ ਹੈ, ਬਾਪ ਦੇ ਆਖੇ ਉਹਦੇ ਆਗਿਆਕਾਰੀ ਬਣੀਏ। ਤੇ ਫਿਰ ਕੀ ਹੈ, ਇੱਥੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਬਾਪ ਪੁੱਤ ਨੂੰ ਕੁੱਟਦਾ ਨਾ, ਤੇ ਉਦੋਂ ਬਾਪੂ ਅੰਦਰ ਵੀ ਤਰਸ ਹੁੰਦਾ। ਕਿਉਂ ਕੁੱਟਿਆ, ਕੀ ਲੋੜ ਸੀ, ਸਮਝਾ ਦਿੰਦੇ। ਬਸ ਇੱਥੇ ਆਹ ਹਾਲਾਤ ਨੇ ਗੁਰੂ ਦੇ ਤੇ ਗੁਰੂ ਨਾਲ ਮਿਲਣ ਵਾਲੇ ਸੰਸਾਰੀ ਜੀਵ ਦੇ। ਆਹ ਹਾਲਾਤ ਨੇ। ਇੱਕ ਬੰਨੇ ਸੰਸਾਰੀ ਜੀਵ ਉਹ ਆ ਜਿਹੜੇ ਗਲਤ ਕੰਮ ਕਰਨੋਂ ਹਟਦੇ ਨਹੀਂ, ਗੁਰੂ ਦੀ ਆਗਿਆ ਵਿੱਚ ਨਹੀਂ ਤੁਰਦੇ। ਤੇ ਇੱਕ ਬੰਨੇ ਗੁਰੂ ਸਮਝਾ ਰਿਹਾ ਹੈਗਾ, ਪੁੱਤ ਗੁਰੂ ਦੀ ਆਗਿਆ ਵਿੱਚ ਰੱਬੀ ਨਿਯਮਾਂ ਮੁਤਾਬਕ ਤੁਰ, ਜ਼ਿੰਦਗੀ ਸੁਖਾਲੀ ਬਣ ਜਾਵੇਗੀ। ਉਹ ਸਾਨੂੰ ਇੱਥੇ ਗੁਰੂ ਸਾਹਿਬ ਨੇ ਤਰਸ ਦੀ ਭਾਵਨਾ ਵਿੱਚ ਆਹ ਲਫ਼ਜ਼ ਬੋਲ ਕੇ ਸਮਝਾ ਦਿੱਤਾ। ਕੀ ਸਮਝਾਏਗਾ? ਸੂਹ ਵਿਗੇ ਸੂਹੇ ਬੇਸ ਵਾਲਗੇ ਨਮਾਣੀਏ, ਹੇ ਵਿਚਾਰੀ ਨਮਾਣੀਏ, ਸੋ ਸੌ ਸਦਾ ਸੰਭਾਲ। ਉਹ ਪਰਮਾਤਮਾ ਨਾ ਸਦਾ ਹੀ ਸਾਡੀ ਸੰਭਾਲ ਕਰਦਾ। ਉਹ ਪਰਮਾਤਮਾ ਕਦੇ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦਾਗਾ। ਪਰ ਅਸੀਂ ਉਹ ਕਾਰਜ ਕਰੀਏ, ਉਹ ਕੰਮ ਕਰੀਏ ਜਿਹੜੇ ਕੰਮਾਂ ਕਰਕੇ ਸਾਡੇ ਵਾਹਿਗੁਰੂ ਜੀ ਸਾਡੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਸਜ਼ਾ ਨਾ ਲਾਉਣ। ਕਿਤੇ ਨਾ ਹੋਵੇ ਅਸੀਂ ਪਰਮਾਤਮਾ ਨੂੰ, ਗੁਰੂ ਨੂੰ ਮਜਬੂਰ ਕਰ ਦਈਏ ਸਜ਼ਾ ਸੁਣਾਉਣ ਦੇ ਲਈ। ਕਿਤੇ ਨਾ ਹੋਵੇ ਸਾਡੀ ਜ਼ਿੰਦਗੀ ਦੇ ਕੰਮ ਹੀ ਅਜਿਹੇ ਨੇ ਵੀ ਜੱਜ ਨੂੰ ਫੈਸਲਾ ਦੇਣ ਦੇ ਲਈ, ਫਾਹਾ ਲਾਉਣ ਦੇ ਲਈ ਮਜਬੂਰ ਹੋਣਾ ਪੈ ਜਾਏ। ਕਿਉਂਕਿ ਆਪਾਂ ਨੂੰ ਪਤਾ ਨਾ ਵੀ ਜੇਲ੍ਹ ਦੇ ਵਿੱਚ ਦੋ ਕਿਸਮ ਦੇ ਲੋਕ ਨੇ। ਇੱਕ ਤਾਂ ਉਹ ਨੇ ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਸਾਰੀ ਉਮਰ ਦਾ ਕੰਮ ਨਿਬੜ ਚੁੱਕਿਆ, ਉਹਨਾਂ ਨੇ ਉੱਥੇ ਹੀ ਮਰਨਾ। ਉਹਨਾਂ ਨੇ ਬਾਹਰ ਆਉਣ ਦਾ ਕਦੇ ਸੁਪਨਾ ਵੀ ਨਹੀਂ ਲੈਤਾ। ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਗੁਜ਼ਾਰ ਦੇਣੀ ਆ। ਇੱਕ ਉਸੇ ਜੇਲ੍ਹ ਦੇ ਵਿੱਚ ਉਹ ਕੈਦੀ ਨੇ ਜਿਨ੍ਹਾਂ ਨੇ ਅਜੇ ਜੱਜ ਦੇ ਸਾਹਮਣੇ ਕਟਹਿਰੇ ਦੇ ਵਿੱਚ ਖੜੇ ਹੋਣਾ, ਜਿਨ੍ਹਾਂ ਨੇ ਸਾਰੀ ਉਮਰ ਉੱਥੇ ਹੀ ਲੰਘਾਉਣੀ ਆ। ਉਹ ਕਿਹੋ ਜੀ ਮਰਜ਼ੀ ਜ਼ਿੰਦਗੀ ਜਿਉਣ, ਮਤਲਬ ਕੋਈ ਨਹੀਂ, ਚੰਗੀ ਜਿਉਣ ਮਾੜੀ ਜਿਉਣ, ਉਹਨਾਂ ਨੂੰ ਇਦੋਂ ਵੱਧ ਹੋਰ ਕੀ ਸਜ਼ਾ ਮਿਲ ਜੂ, ਬਸ ਉੱਥੇ ਮਰ ਜਾਣਾ। ਉਹ ਆਪਣੇ ਪਰਿਵਾਰ ਵਿੱਚ, ਆਪਣੇ ਪਿੰਡ ਵਿੱਚ, ਇਲਾਕੇ ਵਿੱਚ ਨਹੀਂ ਆ ਸਕਣਗੇ, ਉੱਥੇ ਉਹਨਾਂ ਨੇ ਖਤਮ ਹੋ ਜਾਣਾ। ਇੱਕ ਜੇ ਜੇਲ੍ਹ ਵਿੱਚ ਉਹ ਵਿਅਕਤੀ ਆ, ਕੌਣ? ਜਿਹਨੇ ਜੱਜ ਦੇ ਸਾਹਮਣੇ ਪੇਸ਼ ਹੋਣਾ ਤੇ ਅਜੇ ਉਹਦੀ ਸੁਣਵਾਈ ਹੋਣੀ ਆ। ਹੋ ਸਕਦਾ ਉਹਦੇ ਲੱਛਣ ਵੇਖ ਕੇ ਜੱਜ ਉਹਨੂੰ ਬਰੀ ਕਰ ਦੇਵੇ। ਉਹ ਬੜਾ ਠਰਮੇ ਦੇ ਨਾਲ, ਟਕਾ ਦੇ ਨਾਲ, ਸੁਚੱਜੇ ਢੰਗ ਦੇ ਨਾਲ ਆਪਣਾ ਜੇਲ੍ਹ ਵਿੱਚ ਰਹਿੰਦਿਆਂ ਹੋਇਆਂ ਵੀ ਇੱਕ ਇੱਕ ਦਿਨ ਆ ਜਿਹੜਾ ਉਹ ਬਤੀਤ ਕਰਦਾ। ਕਾਰਨ ਮੈਂ ਜੱਜ ਦੇ ਸਾਹਮਣੇ ਖੜੇ ਹੋਣਾ, ਪੇਸ਼ ਹੋਣਾਗਾ, ਤੇ ਜੱਜ ਮੇਰੇ ਤੇ ਤਰਸ ਕਰ ਲਵੇ। ਇਹ ਤਾਂ ਮੈਂ ਵੇਖਦਾ ਰੋਜ਼, ਬੜਾ ਸਿਆਣਾ ਕੈਦੀ ਆ,
ਭਾਵੇਂ ਜੇਲ੍ਹ 'ਚ ਆ ਪਰ ਬੜਾ ਸਿਆਣਾ ਗਾ, ਇੱਥੇ ਬੜੀ ਸਮਝ ਦੇ ਨਾਲ ਪੈਰ ਧਰਦਾ, ਗਲਤ ਕੰਮ ਨਹੀਂ ਕਰਦਾ, ਗੁੰਡਾਗਰਦੀ ਨਹੀਂ ਕਰਦਾ ਗਾ, ਬੜੇ ਸੋਹਣੇ ਢੰਗ ਦੇ ਨਾਲ ਇੱਥੇ ਚੱਲ ਰਿਹਾ ਗਾ। ਤੇ ਜੱਜ ਨੇ ਉਹਦੀਆਂ ਆਹ ਗੱਲਾਂ ਵੇਖ ਕੇ, ਕੰਮ ਵੇਖ ਕੇ ਉਹਦੇ ਤਰਸ ਕੀਤਾ, ਉਹਨੂੰ ਬਰੀ ਕਰ ਦਿੱਤਾ। ਇਹ ਕੌਣ ਜੱਜ ਆ ਤੇ ਕੌਣ ਜੇਲ੍ਹ ਵਾਲਾ ਗਾ। ਹੁਣ ਚੇਤਾ ਰੱਖਿਓ, ਅਸੀਂ ਸੰਸਾਰ ਦੇ ਵਿੱਚ ਦੋ ਕਿਸਮ ਦੇ ਜੀਵ ਆ। ਇੱਕ ਤਾਂ ਪਸ਼ੂ ਤੇ ਪੰਛੀ ਨੇ ਜੀਵ, ਜਿਹੜੇ ਚੰਗਾ ਕੰਮ ਕਰਨ ਭਾਵੇਂ ਮਾੜਾ ਕੰਮ ਕਰਨ, ਉਹਨਾਂ ਨੇ ਸਾਰੀ ਉਮਰ ਮਰਨ ਤੱਕ ਨਾ ਕੁਝ ਖੱਟਣਾ ਤੇ ਨਾ ਕੁਝ ਆਪਣੀ ਜ਼ਿੰਦਗੀ 'ਚ ਵਰਤਣਾ, ਨਾ ਹੀ ਉਹਨਾਂ ਨੂੰ ਫਾਹਾਗਾ। ਹੁਣ ਪਸ਼ੂ ਨੂੰ ਮਾਰਦੇ, ਕੋਈ ਉਹਨਾਂ ਵਾਸਤੇ ਜੇਲ੍ਹ ਨਹੀਂ ਹੈ। ਪਸ਼ੂ ਬੰਦੇ ਨੂੰ ਮਾਰਦੇ, ਕੋਈ ਜੇਲ੍ਹ ਨਹੀਂ ਹੈ। ਸੱਪ ਡਸ ਗਿਆ, ਕਿੰਨੇ ਮਰ ਗਏ, ਸੱਪਾਂ ਨੂੰ ਕਦੇ ਜੇਲ੍ਹਾਂ ਹੋਈਆਂ? ਮਤਲਬ ਕਿੰਨੇ ਜੀਵ ਨੇ ਇਹ ਧਰਤੀ ਤੇ, ਪਸ਼ੂ ਪੰਛੀ, ਜਿਹੜੇ ਕਿ ਮਾੜੇ ਕੰਮ ਕਰਦੇ ਨੇ ਪਰ ਉਹਨਾਂ ਨੂੰ ਜੇਲ੍ਹ ਕੋਈ ਨਹੀਂ। ਇਸੇ ਹੀ ਧਰਤੀ ਤੇ ਅਸੀਂ ਵੀ ਉਹਨਾਂ ਪਸ਼ੂਆਂ ਵਰਗੇ ਜੀਵ ਹਾਂ, ਜਾਨਵਰ ਹਾਂ। ਅਸੀਂ ਇਸ ਜੇਲ੍ਹ ਵਿੱਚ, ਸੰਸਾਰੀ ਜੇਲ੍ਹ ਵਿੱਚ ਰਹਿੰਦਿਆਂ ਹੋਇਆਂ, ਆਪਣਾ ਰੋਜ਼ ਦਾ ਦਿਹਾੜਾ, ਰੋਜ਼ ਦਾ ਵਕਤ ਰੱਬ ਰੂਪੀ ਜੱਜ ਦੇ ਸਾਹਮਣੇ ਚੰਗਾ ਬਣਾ ਕੇ ਪੇਸ਼ ਕਰਨਾ। ਕਾਸ਼ ਕਦੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਪਰਮਾਤਮਾ ਰੂਪੀ ਜੱਜ ਸਾਨੂੰ ਤਸੀਹਾ ਦੇਣ ਦੀ ਬਜਾਏ, ਫਾਹਾ ਲਾਉਣ ਦੀ ਬਜਾਏ ਬਰੀ ਕਰ ਦੇਵੇ। ਕਦੋਂ ਕਰੂਗਾ? ਜਦੋਂ ਅਸੀਂ ਸੂਹਾਵੇ ਛੱਡ ਕੇ, ਬਦ ਚੱਲਣੀ ਵਾਲੇ ਕੰਮ ਛੱਡ ਕੇ, ਬੇਇੱਜ਼ਤੀ ਵਾਲੇ ਪੱਖ ਛੱਡ ਕੇ, ਕਰਮ ਕਾਂਡ ਮਨ ਮੱਤੀ ਵਾਲੇ ਕਰਮ ਛੱਡ ਕੇ, ਗੁਰੂ ਨਾਲ ਸ਼ੁਭ ਕਰਮਾਂ ਕਰਕੇ ਜੁੜਾਂਗੇ। ਤਦ ਅਸੀਂ ਰੱਬ ਰੂਪੀ ਜੱਜ ਦੀ ਸਾਹਮਣੇ ਅੱਖ ਦੇ ਵਿੱਚ ਆਵਾਂਗੇ, ਪੇਸ਼ ਹੋਵਾਂਗੇ। ਸਾਨੂੰ ਉਹ ਜ਼ਰੂਰ ਗਰੰਟੀ ਆ, ਬਰੀ ਕਰੂਗਾ। ਇਹ ਬਰੀ ਕਰਨ ਵਾਲਾ ਪੱਖ ਜਿਉਂਦੇ ਜੀ ਆ। ਮੈਂ ਫਿਰ ਦੁਬਾਰਾ ਇਸੇ ਪੰਕਤੀ ਨੂੰ ਰਿਪੀਟ ਕਰਾਂ, ਜੱਜ ਰੂਪੀ ਪ੍ਰਮਾਤਮਾ ਨੇ ਬਰੀ ਕਰਨ ਵਾਲਾ ਕੰਮ ਆ ਜਿਹੜਾ ਜਿਉਂਦੇ ਜੀ ਮਨੁੱਖ ਦੇ ਨਾਲ ਜੋੜਿਆ, ਮਰਨ ਤੋਂ ਬਾਅਦ ਨਹੀਂ ਜੋੜਿਆ। ਵੈਸੇ ਤੁਸੀਂ ਸਾਰੇ ਸਿਆਣੇ ਹੋ, ਸੂਝਵਾਨ ਹੋ। ਸਾਡੀ ਰੀਤ ਆ ਵੀ ਮਰਨ ਤੇ ਇੱਕ ਨਹੀਂ, ਗਿਣ ਕੇ ਦੇਖੋ ਕਿੰਨੀਆਂ ਅਰਦਾਸਾਂ ਹੁੰਦੀਆਂ ਨੇ, ਗਿਣਤੀ ਮਾਰ ਕੇ ਵੇਖੋ। ਇੱਕ ਅਰਦਾਸ ਨਹੀਂ, ਕਿੰਨੀਆਂ ਹੁੰਦੀਆਂ ਨੇ। ਘੱਟੋ ਘੱਟ 3 4 5 7 ਤਾਂ ਮਾਮੂਲੀ ਗੱਲ ਆ। ਸਿਵਿਆਂ 'ਚ ਅੱਗੇ ਪਿੱਛੇ, ਵਿੱਚ ਥਾਮੀ ਤਾਂ ਘਰੇ ਤੁਰਨ ਵੇਲੇ 2 ਸਿਵਿਆਂ 'ਚ 3, ਗੁਰੂ ਘਰ ਆ ਕੇ ਫਿਰ 4, ਫਿਰ ਪਾਠ ਪ੍ਰਕਾਸ਼ ਕਰਨ ਵੇਲੇ 5, ਫਿਰ ਅੰਤਮ ਅਰਦਾਸ 6। ਮਤਲਬ ਇੱਕ ਨਹੀਂ 6-7 ਮਰੇ ਹੋਏ ਪ੍ਰਾਣੀ ਦੇ ਸੰਬੰਧੀ ਅਰਦਾਸਾਂ ਹੋ ਜਾਂਦੀਆਂ। ਇੱਕ ਵਕੀਲ ਦੀ ਡਿਊਟੀ ਕੌਣ ਨਿਭਾਉਂਦਾ ਗਾ? ਆਮ ਕੋਈ ਸਾਡੇ ਵਰਗਾ ਵਿਅਕਤੀ ਜੋ ਅਰਦਾਸ ਕਰਨ ਵਾਲਾ। ਪਰ ਜੱਜ ਕੌਣ ਆ? ਪਰਮਾਤਮਾ। ਉਹ ਜੱਜ ਖਿੜਖੜਾ ਕੇ ਹੱਸਦਾ, ਉਹ ਕਹਿੰਦਾ ਕਮਲੇ ਇੰਨੀਆਂ ਅਰਦਾਸਾਂ, ਐਡੀਆਂ ਭਾਵ ਮਿੰਨਤਾਂ ਕਰੀ ਜਾਂਦਾ ਤੂੰ, ਇਹਨੇ ਜਿਉਂਦੇ ਜੀ ਤਾਂ ਆਪਦੀ ਇੱਕ ਵੀ ਅਰਦਾਸ ਨਹੀਂ ਕੀਤੀ ਤੇ ਤੇਰੀਆਂ ਅਰਦਾਸਾਂ ਦਾ ਇਹਨੂੰ ਕੋਈ ਲਾਭ ਨਹੀਂ ਹੈ। ਫਿਰ ਉੱਥੇ ਸਾਨੂੰ ਗੁਰੂ ਸਾਹਿਬ ਨੇ ਕੀ ਸਮਝਾਇਆ? ਜਿਉਂਦੇ ਜੀ ਅਸੀਂ ਬਰੀ ਹੋਣਾ। ਹੁਣ ਜੇਲ੍ਹ ਵਿੱਚ ਮਰ ਗਿਆ ਕੋਈ, ਉਹ ਲੋਥ ਭਾਵੇਂ ਉੱਥੇ 5 ਦਿਨ ਪਈ ਰਵੇ, ਭਾਵੇਂ 5 ਸਾਲ ਪਈ ਰਵੇ, ਕੋਈ ਵਾਸਤਾ ਨਹੀਂ। ਜੇਲ੍ਹ ਦੇ ਵਿੱਚ ਰਹਿਣ ਦੀ ਤਕਲੀਫ ਜਿਉਂਦੇ ਸਰੀਰ ਨੂੰ ਆ, ਮਰੇ ਹੋਏ ਸਰੀਰ ਨੂੰ ਕੋਈ ਤਕਲੀਫ ਨਹੀਂ ਹੈ। ਮਰੇ ਹੋਏ ਸਰੀਰ ਨੂੰ ਤਾਂ ਅੱਗ ਵਿੱਚ ਵੀ ਮਚਾਇਆ ਜਾਂਦਾ ਗਾ ਤੇ ਦੱਬਿਆ ਵੀ ਜਾਂਦਾ, ਉਹਨੂੰ ਕੋਈ ਮਤਲਬ ਨਹੀਂ ਹੈ। ਜਿਉਂਦੇ ਸਰੀਰ ਨੂੰ ਅੱਗ ਵਿੱਚ ਵੀ ਨਹੀਂ ਝੋਖਿਆ ਜਾਂਦਾ ਤੇ ਜਿਉਂਦੇ ਨੂੰ ਮਿੱਟੀ ਵਿੱਚ ਵੀ ਨਹੀਂ ਦੱਬਿਆ ਜਾਂਦਾ। ਤਕਲੀਫ ਆ, ਜਿਉਂਦੇ ਨੂੰ ਦਰਦ ਮਹਿਸੂਸ ਹੁੰਦਾ, ਤਕਲੀਫ। ਇਵੇਂ ਗੁਰੂ ਸਾਹਿਬ ਜੀ ਕਹਿੰਦੇ, ਭਾਈ ਜਿਉਂਦੇ ਜੀ ਆਪਾਂ ਰੱਬ ਰੂਪੀ ਜੱਜ ਦੇ ਸਨਮੁਖ ਖੜ ਕੇ ਜ਼ਰੂਰ ਬੇਨਤੀ ਕਰੀਏ, ਸਾਡੀ ਇਹ ਨਿਮਾਣੀ ਜ਼ਿੰਦਗੀ ਨੂੰ, ਸਾਡੀ ਇਸ ਨਤਾਣੀ ਜ਼ਿੰਦਗੀ ਨੂੰ ਕੁਝ ਸਹਾਰਾ ਬਖਸ਼ੋ, ਕੁਝ ਮਾਣ ਬਖਸ਼ੋ। ਸਾਨੂੰ ਜਿਉਂਦੇ ਜੀ ਮਾੜੇ ਕੰਮਾਂ ਤੋਂ ਮੁਕਤ ਕਰ ਦਿਓ। ਜਿਉਂਦੇ ਜੀ ਅਸੀਂ ਬੰਧਨਾਂ ਤੋਂ ਮੁਕਤ ਹੋ ਜਾਈਏ। ਫਿਰ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਨਾ ਕੁਝ ਗੁਰੂ ਦਰ ਤੇ ਆ ਕੇ ਖੱਟ ਸਕਦੇ ਹਾਂ, ਜਿਹਨੂੰ ਅਸੀਂ ਕਹਿ ਸਕਦੇ ਹਾਂ ਹੁਣ ਅਸੀਂ ਆਹ ਅਵਸਥਾ ਵਿੱਚ ਆ ਕੇ ਨਾ ਪੁੰਨ ਦੇ ਭਾਗੀ ਬਣ ਗਏ। ਇਸ ਅਵਸਥਾ ਵਿੱਚ ਆ ਕੇ ਹੁਣ ਅਸੀਂ ਪੁੰਨ ਦੇ ਭਾਗੀ ਬਣ ਗਏ। ਫਿਰ ਇੱਥੇ ਜਿਹੜੇ ਵੀਰ ਨੇ ਸਾਨੂੰ ਆਹ ਗੱਲ ਸਮਝਾਈ ਆ, ਅਸੀਂ ਸੀ ਗੁਨਾਹਗਾਰ, ਹਮ ਅਪਰਾਧੀ, ਸਦ ਭੂਲ ਤੇ, ਇਹੀ ਵਚਨ ਬੋਲੇ ਨਾ, ਹਮ
ਮੈਂ अपराधी हाँ, सद भूलते सदा ही भूलनहार। जेता जियो पिंड सब तेरा, तू अंतरजामी पुरख भगवान। तू अंदर दियां जानन वालिया पुरख भगवान दातिया, साडे अंदर दी पीड़ा जानन वालिया, तू सानू बरी कर। तू सानू बरी करना। घट घट के अंतर की जानत, भले बुरे की पीर पछानत। पीर मतलब पीड़ दर्द, वो हर एक दी पीड़ ते दर्द पहचानन वालिया, तेरे अगे बेनती आ, साडी दुखियारियां दी अर्ज जरूर सुन। ते हुण भला करे गुरु साडा सारियां दा, वो परमात्मा साडी अर्ज भाई फिर जरूर सुनदा। बस ये अर्ज जज दे कटहरे विच खड़े होना जिउंदे व्यक्ति दा काम हुंदा। तुसीं सारे सियाणे बैठो, आसा पासा निगाह मार के वेखियो, कदे लोथ नूं जज दे सामने पेश करके जज नाल कदे किसे ने गल्लां नहीं करवाईयां। जां लोथ पहुंच गई जज कोले ते उत्थे नाल 5-7 जने पहुंच जाण ते वो कहण भी आ लोथ नूं तुसीं जी मुक्त कर दो, आ लोथ ते तुसीं तरस करो, आ शरीर मरे होए ते ना तुसीं थोड़ा बहुता रहम करो। जज कहंदा मरिया तां आपे नूं चक के ले जाओ, इत्थे करो ना इत्थे काम दी आ ना तुहाडे घरे काम दी आ। शायद साडे जीवन दी कहानी इदां ही आ, गुरु रूपी परमात्मा रूपी जज दे सन्मुख मरियां हुई लोथां दियां एक एक नहीं कई कई अर्जां कीतियां जांदियां, बेनतियां कीतियां जांदियां। सोच के देखो भी गल ढुकदी आ जां नहीं ढुकदी। कदे कदे चित्त च ख्याल आउंदा सानू हिंदू तव दे विचों मनमत विचों गुड़ती मिल गई, असीं भुलेखा खा गए, सानू पता नहीं लगा, समझ नहीं आई। एक वो व्यक्ति आ जो मूर्ति नूं पूज रहा, असीं गुरु ग्रंथ साहिब नूं पूज रहे हैं। मूर्ति नूं पूजण वाले दा कसूर की आ? मूर्ति बोलदी नहीं, वो तां अन्ना, पर साडा कसूर उदों वध आ। क्यों? क्योंकि असीं संजाखे गुरु नूं अपने सन्मुख रख के खुद अन्ने होए पए आ। मतलब गुरु साडा सदा बोलदा सदा वेखदा, ते इहदे अगे खड़ के सानू मूर्ति वाला काम नहीं करना चाहिदा। ते गुरु कोले आके ना सानू गुरु वाले काम ही पुछने चाहिए आ, तू किन्ना कम्मां ते राजी आ, वो काम करिए। फिर आपां फिर पातशाह जी कहंदे तू तरस दा पात्र बन सकदा जे तू इदां दी विचार रखेगा। ते नहीं भाई तेरे विच मतलब साडे विच ते मूर्ति पूजन वाले विच कोई अंतर नहीं होवेगा। ताइयों इत्थे गुरु साहब ने कहा रब बड़ा तरसवान है, सुहबिए निमाणिए सो सौ सदा संभाल। वो हरेक ते तरस करदा, भावें कोई किन्ना ही माड़ा होवे भावें कोई किन्ना ही चंगा होवे, वो तरस जरूर करदा। सदा संभाल वो जेड़े उन्होंने भाव माड़ा कहंदे आ उन्होंने सज़ा जरूर मिलती आ। सो वाहिगुरू भला करे जो मनुखता दे नाल धक्का करते हैं, वक्त आउंदा समा उन्होंने जरूर सबक सिखाउंदा है, पर वो परमात्मा उन्हां दे नाल वितकरा नहीं करता गा। उहदे कोल वितकरे वाला पक्ष नहीं है। वो दोषी नूं भी कई बार बरी कर दिंदा है। किवें कहंदे ना, एक बार किसे नगर दे विच किसे भैन वल्लों कोई गलत काम किया गया। हुण उत्थों दे लोकां ने उस भैन नूं फड़ लिया, उहनूं सज़ा देनी आ। हुण पिंड दे मोहतवरां ने मता पास कर दिता, पंच सरपंच नंबरदारां ने की मता पा दिता भी इहनूं चुराहे विच लै जाओ, ਇਹਦੇ जिन्ने भी चित ਮੰਨਦਾ ਤੁਸੀਂ रोड़े मार सकते हो, थप्पड़ मार सकते हो। इदां दा दुख दे के इहनूं तुसीं खत्म कर दिओ, मार दिओ, तां जो आउण वाले टाइम दे विच कोई इदां दी हरकत ना करे। हुण रब दा सुभाਅ किहो जिहा, रब कित्थे है? ठीक है भी साडे इक ध्यान दे विच ख्याल आउंदा भी साडे संसार दे विच इसे ही धरती ते मिथਿਆਸਕ कहानियां मन लवो वो सुनाइयां जांदियां ने भी एक औरत भी उहदे तन ते बस्तर ने, उहदे तन नूं जिस्म नूं साडे ही धर्म दे आगूआं वल्लों
ਨਿਰਵਸਤਰ ਹੋਣ ਦਾ ਹੁਕਮ ਕੀਤਾ ਜਾਂਦਾ ਹੈਗਾ। ਉਹ ਕ੍ਰਿਸ਼ਨ ਦੇ ਨਾਲ ਗੱਲ ਜੁੜਦੀ ਹੈ, ਤੁਸੀਂ ਸਾਰੇ ਸਮਝਦੇ ਇਸ ਗੱਲ ਨੂੰ। ਪਰ ਉਹਦੀ ਉੱਥੇ ਰੱਖਿਆ ਕਹਿੰਦੇ ਆ ਕਿ ਕ੍ਰਿਸ਼ਨ ਭਗਵਾਨ ਨੇ ਕੀਤੀ। ਚਲੋ ਅਸੀਂ ਨਹੀਂ ਉਸ ਗੱਲ ਦੇ ਨਾਲ 100% ਸਹਿਮਤ, ਅਸੀਂ ਨਹੀਂ ਉਸ ਗੱਲ ਦੇ ਨਾਲ 0% ਸਹਿਮਤ। ਜਿਵੇਂ ਹੈ ਉਹ ਆਪਣੀ ਥਾਂ ਤੇ ਆ, ਪਰ ਥੋੜਾ ਜਿਹਾ ਸਾਨੂੰ ਸੋਚਣਾ ਪਵੇਗਾ, ਵੇਖਣਾ ਪਵੇਗਾ ਵੀ ਉਹ ਭਗਵਾਨ ਪਰਮਾਤਮਾ ਰੱਬ ਜੀ ਕਿਵੇਂ ਆਉਂਦੇ ਨੇ। ਜੋ ਆ ਗੱਲ ਆ ਇੱਥੇ ਮਤਲਬ ਕਿ ਰੋੜੇ ਮਾਰਨ ਦੀ, ਉਹਨੂੰ ਸਜ਼ਾ ਦੇਣ ਦੀ, ਉਹਨੂੰ ਮਾਰ ਕੇ ਖਤਮ ਕਰਨ ਦੀ ਗੱਲ ਆ ਵੀ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਕਰੇ। ਤਾਂ ਭਗਵਾਨ ਇੱਥੇ ਫਿਰ ਕਿਉਂ ਨਹੀਂ ਆਇਆ? ਜਿਹੜਾ ਭਗਵਾਨ ਕ੍ਰਿਸ਼ਨ ਰੱਬ ਉੱਥੇ ਪਹੁੰਚ ਗਿਆ, ਉੱਥੇ ਉਹਨਾਂ ਨੇ ਹੋਰ ਸ਼ਕਤੀ ਵਾਲਾ ਭਗਵਾਨ ਦਿਖਾਇਆ ਗਾ, ਪਰ ਭਗਵਾਨ ਕਿਹੋ ਜਿਹਾ? ਉਹ ਦੁਨੀਆ 'ਚ ਹੀ ਫਿਰਦਾ ਗਾ। ਜਿਹੜਾ ਭਗਵਾਨ ਇੱਥੇ ਪਹੁੰਚਿਆ ਗਾ ਉਹ ਕੌਣ ਹੈਗਾ? ਇੱਕ ਸਿਆਣਾ ਵਿਅਕਤੀ, ਗਿਆਨਵਾਨ, ਜਿਹੜਾ ਰੋਜ਼ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਪਣਾ ਇੱਕ ਇੱਕ ਕਦਮ ਜ਼ਿੰਦਗੀ ਦਾ ਤੈਅ ਕਰਦਾ ਪੁੱਟਦਾ ਗਾ। ਹੁਣ ਇਸ ਭੈਣ ਨੂੰ ਚੁਰਾਹੇ ਵਿੱਚ ਲਿਆਂਦਾ ਗਿਆ ਤੇ ਇਹਨੂੰ ਰੋੜੇ ਮਾਰ ਕੇ ਮਾਰਨ ਦੀ ਸਜ਼ਾ ਜਿਹੜੀ ਆ ਉਹ ਮੋਹਤਵਾਰ ਲੋਕਾਂ ਵੱਲੋਂ ਦਿੱਤੀ ਗਈ ਆ। ਹੁਣ ਇਹ ਭੈਣ ਨੂੰ ਜਦੋਂ ਲਿਆਂਦਾ ਗਿਆ, ਇਹ ਰੌਲਾ ਪਾ ਰਹੀ ਹੈ ਬਚਾਓ ਬਚਾਓ ਬਚਾਓ, ਪਰ ਬਚਾਉਣ ਵਾਲਾ ਕੋਈ ਵੀ ਨਹੀਂ। ਕਿਉਂਕਿ ਲੋਕਾਂ ਦੀ ਤਮਾਸ਼ਗਿਰੀ ਬਣ ਚੁੱਕੀ ਆ। ਆਪਾਂ ਹੁਣੇ ਗੱਲ ਕੀਤੀ ਹੈ ਵੀ ਚੋਰ ਨੇ ਚੋਰੀ ਕੀਤੀ ਆ, ਤਰਸ ਕਰਨ ਵਾਲਾ ਵਿੱਚ ਕੋਈ ਹੋਊਗਾ ਵੀ ਚਲੋ ਕੋਈ ਗੱਲ ਨਹੀਂ ਯਾਰ, ਇਹਦੀ ਗੱਲ ਨੂੰ ਸਮਝੋ ਪਹਿਲਾਂ ਵੀ ਚੋਰੀ ਕਿਉਂ ਕੀਤੀ ਹੈ, ਤਹਿ ਤੱਕ ਜਾਓ, ਫਿਰ ਆਪਾਂ ਨੂੰ ਸਜ਼ਾ ਦੇ ਦਾਂਗੇ, ਜੇਲ੍ਹ ਥਾਣੇ ਵਿੱਚ ਦੇ ਦਾਂਗੇ। ਪਰ ਤਮਾਸ਼ਗੀਰ ਲੋਕ, ਕੁੱਟਣ ਮਾਰਨ ਵਾਲੇ ਬਹੁਤ ਆਟੋਮੈਟਿਕ ਇਕੱਠੇ ਹੋ ਜਾਂਦੇ ਨੇ। ਜਦੋਂ ਉਸ ਭੈਣ ਨੇ ਬਚਾਓ ਬਚਾਓ ਦੀ ਗੱਲ ਕੀਤੀ ਨਾ, ਇੱਕ ਸਿਆਣਾ ਸੱਜਣ ਦਾਨਾ ਉਸੇ ਚੁਰਾਹੇ ਵਿੱਚੋਂ ਲੰਘ ਰਿਹਾ ਗਾ, ਉਹਨੇ ਸੋਚਿਆ ਵੀ ਚਲੋ ਕੌਣ ਆ, ਜੀਵ ਆ ਵਿਚਾਰਾ। ਬੰਦੇ ਦਾ ਇੱਕ ਸੁਭਾਅ ਨਾ, ਹਰ ਇੱਕ ਇਨਸਾਨ ਦਾ, ਕੋਈ ਰਸਤੇ ਵਿੱਚ ਕਿਸੇ ਤਰ੍ਹਾਂ ਦਾ ਨਾ ਪਸ਼ੂ ਪੰਛੀ ਡਿੱਗਿਆ ਪਿਆ ਹੋਵੇ, ਬੰਦਾ ਕੋਸ਼ਿਸ਼ ਕਰਦਾ ਵੀ ਚਲੋ ਇਹਨੂੰ ਵੀ ਚੱਕ ਲਈਏ, ਆਪਾਂ ਪਾਣੀ ਧਾਣੀ ਛਕਾ ਦਈਏ, ਹੋ ਸਕਦਾ ਵਿਚਾਰੇ ਦੀ ਜਾਨ ਬਚ ਜਾਵੇ, ਆਪਣੇ ਅੰਦਰ ਦੀ ਇਹ ਭਾਵਨਾ। ਪਰ ਜਿੱਥੇ ਬੰਦੇ ਤੇ ਦੁੱਖ ਆਗਾ, ਸਿਆਣਾ ਵਿਅਕਤੀ ਜ਼ਰੂਰ ਰੁਕ ਕੇ ਪੁੱਛਦਾ ਵੀ ਇਹਨੂੰ ਤਸੀਹਾ, ਇਹਨੂੰ ਸਜ਼ਾ ਕਿਉਂ ਮਿਲ ਰਹੀ ਹੈ, ਕਾਰਨ ਕੀ ਹੈ, ਵਜ੍ਹਾ ਕੀ ਹੈ। ਹੁਣ ਜਦੋਂ ਇਧਰੋਂ ਰੋੜੇ ਮਾਰ ਕੇ ਮਾਰਨ ਦੀ ਤਿਆਰੀ ਆ, ਉਧਰੋਂ ਬਚਾਓ ਬਚਾਓ ਦੀ ਆਵਾਜ਼ ਆ ਜਿਹੜੀ ਉਹ ਸਿਆਣੇ ਦਾਨੇ ਪੁਰਖ ਦੇ ਕੰਨ ਵਿੱਚ ਪੈਂਦੀ ਆ, ਤੇ ਫਿਰ ਉਹ ਦਾਨਾ ਪੁਰਖ ਉੱਥੇ ਪਹੁੰਚ ਜਾਂਦਾ। ਹੁਣ ਗੱਲ ਕੀ ਚੱਲ ਰਹੀ ਆ ਵੀ ਸ਼ੁਰੂਆਤ ਕਰੋ, ਰੋੜਾ ਪਹਿਲਾਂ ਕੌਣ ਮਾਰੂਗਾ? ਸ਼ੁਰੂਆਤ ਕਰੋ, ਪਹਿਲਾ ਰੋੜਾ ਕੌਣ ਮਾਰੂ? ਕੋਈ ਕਹਿੰਦਾ ਫਲਾਨਾ, ਕੋਈ ਕਹਿੰਦਾ ਫਲਾਨਾ, ਅੱਡ ਅੱਡ ਹੁੰਦਾ ਨਾ। ਨੰਬਰਦਾਰ ਨੂੰ ਕਹਿ ਦੋ, ਸਰਪੰਚ ਨੂੰ ਕਹਿ ਦੋ, ਪੰਚ ਨੂੰ ਕਹਿ ਦੋ, ਸ਼ੁਰੂਆਤ ਕਰਦੇ। ਉਸ ਤੋਂ ਬਾਅਦ ਤਾਂ ਆਪਾਂ ਨੂੰ ਪਤਾ ਹੀ ਹੈ ਕੀ ਬਣੂਗਾ। ਜਦੋਂ ਇਹ ਪਹੁੰਚ ਗਿਆ, ਇਹਨੇ ਜਾ ਕੇ ਗੱਲ ਵਿੱਚ ਵੇਖੀ ਵੀ ਕਾਰਨ ਕੀ ਹੈ, ਗੱਲ ਕੀ ਹੈ। ਦੱਸਤੀ ਕਿਸੇ ਨੇ ਵੀ ਇਸ ਤੋਂ ਕੋਈ ਗਲਤ ਕੰਮ ਹੋ ਗਿਆ, ਇਸ ਕਰਕੇ ਇਹਨੂੰ ਸਜ਼ਾ ਗਈ ਰੋੜੇ ਮਾਰ ਕੇ ਮਾਰਨ ਦੀ। ਹੁਣ ਗੱਲ ਚੱਲ ਰਹੀ ਹੈ ਵੀ ਇਹਨੂੰ ਮਾਰਨਾ ਜ਼ਰੂਰ ਆ, ਮਾਰਨਾ ਵੀ ਰੋੜੇ ਮਾਰ ਕੇ। ਵੀ ਪਹਿਲਾ ਰੋੜਾ ਕੌਣ ਕਰੂਗਾ, ਸ਼ੁਰੂਆਤ ਕੌਣ ਕਰੂਗਾ? ਕੋਈ ਕਿਹਦੇ ਕੰਨੀ ਹੱਥ ਕਰਦਾ, ਕੋਈ ਕਿਹਦੇ ਕੰਨੀ ਹੱਥ ਕਰਦਾ। ਉਹ ਕਹਿੰਦਾ ਠਹਿਰ ਜਾਓ, ਰੁਕ ਜਾਓ। ਕਹਿੰਦਾ ਮੈਂ ਦੱਸਦਾ ਪਹਿਲਾ ਰੋੜਾ ਕੌਣ ਮਾਰੂਗਾ, ਮੈਂ ਤੁਹਾਨੂੰ ਦੱਸ ਦਿੰਦਾ ਨਾ। ਕਿਉਂਕਿ ਗੱਲ ਚੱਲੀ ਆ ਵੀ ਆਪਾਂ ਰੱਬ ਰੂਪੀ ਜੱਜ ਦੇ ਸਨਮੁਖ ਜਿਉਂਦੇ ਜੀ ਪੇਸ਼ ਹੋਣਾ। ਸ਼ਾਇਦ ਮਰੇ ਹੋਏ ਤਾਂ ਪੇਸ਼ ਹੋਵਾਂਗੇ ਨਾ, ਗੱਲ ਨਹੀਂ ਬਣਨੀ। ਅੱਜ ਮਰੇ ਹੋਏ ਬੰਦੇ ਦੇ ਸਾਹਮਣੇ ਸਨਮੁਖ ਖੜ ਕੇ ਕਿੰਨੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ, ਉਹ ਆਪਾਂ ਸਾਰੇ ਜਾਣਦੇ ਆ ਨਾ। ਰੱਬ ਰੂਪੀ ਪਰਮਾਤਮਾ ਰੂਪੀ ਜੱਜ ਆ, ਉਹ ਤਾਂ ਬਿਨ ਬੋਲੇ ਹੀ ਸਭ ਕੁਛ ਜਾਣਦਾ ਹੁੰਦਾ, ਹਨਾ। ਚਲੋ ਉਹ ਇੱਕ ਸਾਡੀ ਇੱਕ ਰੀਤ ਬਣ ਗਈ ਸੰਸਾਰ ਦੀ, ਰਿਵਾਜ ਕਹਿ ਲਓ ਜਿਹਨੂੰ ਆਪਾਂ। ਇੱਥੇ ਹੁਣ ਇਹ ਵਿਅਕਤੀ ਪਹੁੰਚ ਗਿਆ, ਦਾਨਾ ਪੁਰਖ ਕਹਿੰਦਾ ਵੀ ਭਾਈ ਤੁਸੀਂ ਰੋੜੇ ਨਾ ਮਾਰੋ, ਮੈਂ ਤੁਹਾਨੂੰ ਦੱਸਦਾ ਵੀ ਜਿਹਨੇ ਰੋੜਾ ਪਹਿਲਾਂ ਮਾਰਨਾ ਵੀ ਕੌਣ ਮਾਰੂਗਾ। ਨੰਬਰਦਾਰ ਮਾਰੂ, ਸਰਪੰਚ, ਪੰਚ, ਕੌਣ ਮਾਰੂਗਾ, ਮੈਂ ਦੱਸਦਾ ਤੁਹਾਨੂੰ। ਚਲੋ ਸਾਰਿਆਂ ਦਾ ਧਿਆਨ ਜਦੋਂ ਖਿੱਚ ਲਿਆ ਨਾ, ਸਾਰੇ ਕਹਿੰਦੇ ਸੀ ਵੀ ਸੁਣ ਲਓ ਵੀ ਕੌਣ ਰੋੜਾ ਮਾਰੂ। ਸਾਰੇ ਪੂਰੇ ਤਿਆਰ ਨੇ ਉਸ ਭੈਣ ਨੂੰ ਮਾਰਨ ਵਾਸਤੇ, ਰੋੜੇ ਮਾਰਨ ਵਾਸਤੇ, ਖਤਮ ਕਰਨ ਵਾਸਤੇ ਤਿਆਰ ਆ ਨਾ। ਉਹ ਭੈਣ ਦੇ ਕੋਲ ਚਲਾ ਗਿਆ, ਕਹਿੰਦਾ ਭੈਣੇ ਕੀ ਗੁਨਾਹ ਹੋਇਆ, ਦੱਸ ਦਿੱਤਾ। ਕਹਿੰਦਾ ਫਿਰ ਤੂੰ ਸਜ਼ਾ ਦੇ ਹੱਕਦਾਰ ਆ। ਭੈਣ ਦਾ ਮੂੰਹ ਨੀਵਾਂ ਹੋ ਗਿਆ ਜਦੋਂ ਜਾ ਕੇ ਗੁਨਾਹ ਪੁੱਛਿਆ ਨਾ। ਭੈਣ ਨੂੰ ਹੌਸਲਾ ਸੀ ਵੀ ਚਲੋ ਕੋਈ ਨਾ ਕੋਈ ਤਾਂ ਰਾਖੀ ਵਾਲਾ, ਕੋਈ ਤਾਂ ਮਦਦ ਵਾਲਾ ਮੇਰੀ ਪਹੁੰਚਿਆ ਨਾ, ਸਜ਼ਾ ਦੇ ਹੱਕਦਾਰ ਆ ਫਿਰ ਤਾਂ ਤੂੰ।
ਨੀਵਾਂ ਹੋ ਗਿਆ ਮੂੰਹ। ਹੁਣ ਚਲੋ ਮੈਂ ਕਰਦਾ ਸ਼ੁਰੂਆਤ ਵੀ ਮੈਂ ਦੱਸਦਾ ਤੁਹਾਨੂੰ ਕੌਣ ਰੋੜਾ ਇਸ ਭੈਣ ਦੇ ਪਹਿਲਾਂ ਮਾਰੂਗਾ, ਜਿਹਦੇ ਕੋਲੇ ਬਚਾਉਣ ਦਾ ਤਰੀਕਾ ਗਾ, ਜਿਹਦੇ ਕੋਲੇ ਤਰਸ ਦੀ ਭਾਵਨਾ ਗੀ, ਜਿਹਦੇ ਅੰਦਰ ਦਇਆ ਨਿਮਰਤਾ, ਅੰਦਰ ਕੁਝ ਨਾ ਕੁਝ ਰੱਬੀ ਗੁਣ ਨੇ। ਇਹ ਉਹਨਾਂ ਦੀ ਕਹਾਣੀ ਆ। ਕਹਿੰਦਾ ਮੈਂ ਦੱਸਦਾ ਪਰ ਤੁਹਾਨੂੰ ਕੌਣ ਰੋੜਾ ਮਾਰੂਗਾ। ਕਹਿੰਦਾ ਰੋੜਾ ਸਭ ਤੋਂ ਪਹਿਲਾਂ ਇਸ ਭੈਣ ਦੇ ਉਹ ਵੀਰ ਮਾਰੂਗਾ ਜਿਹਨੇ ਆਪਣੀ ਜ਼ਿੰਦਗੀ 'ਚ ਕਦੇ ਕੋਈ ਗਲਤੀ ਨਹੀਂ ਕੀਤੀ, ਜਿਹੜੇ ਨੇ ਜਮੀ ਬਿਲਕੁਲ ਗਲਤੀ ਨਹੀਂ ਕੀਤੀ ਗੀ, ਉਹ ਪਹਿਲੋਂ ਪਹਿਲ ਰੋੜਾ ਮਾਰੇ। ਚਾਹੇ ਉਹ ਪਿੰਡ ਦਾ ਨੰਬਰਦਾਰ ਆ, ਸਰਪੰਚ ਆ, ਮੋਹਤਬਾਰ ਆ, ਆਮ ਆ, ਖਾਸ ਆ, ਕੋਈ ਵੀ ਆ, ਜਿਹਨੇ ਗਲਤੀ ਨਹੀਂ ਕੀਤੀ ਉਹ ਇਹ ਭੈਣ ਦੇ ਸਭ ਤੋਂ ਪਹਿਲਾਂ ਰੋੜਾ ਮਾਰੂਗਾ, ਫਿਰ ਦੂਜੇ ਮਾਰਨਗੇ। ਜਦੋਂ ਏਦਾਂ ਕਹੀ ਨਾ, ਉੱਥੋਂ ਸਾਰੇ ਖਿਸਕਣੇ ਸ਼ੁਰੂ ਹੋ ਗਏ। ਕਿਉਂ? ਜਿੰਨੇ ਰੋੜੇ ਮਾਰਨ ਵਾਲੇ ਸਾਰੀ ਗਲਤੀ ਕਰਨ ਵਾਲੇ ਸੀ। ਉਹਦੇ ਵਿੱਚ ਇਦਾਂ ਦਾ ਕੋਈ ਨਿਕਲੇ ਹੀ ਨਹੀਂ ਵੀ ਜਿਹਨੇ ਗਲਤੀ ਨਾ ਕੀਤੀ ਹੋਵੇ। ਅਜਿਹਾ ਵਿਅਕਤੀ ਨਹੀਂ ਆਇਆ ਸਨਮੁਖ ਜਿਹਨੇ ਕਦੇ ਗਲਤੀ ਨਾ ਕੀਤੀ ਹੋਵੇ। ਤੇ ਹੋਇਆ ਕੀ? ਭੈਣ ਦੀ ਜਾਨ ਬਚ ਗਈ। ਜਾਨ ਬਚ ਗਈ ਨਾ। ਜਦੋਂ ਗਲਤੀ ਨਾ ਕਰਨ ਵਾਲਾ ਕੋਈ ਵੀ ਨਿਕਲਿਆ, ਸਭ ਦੇ ਹੱਥਾਂ ਵਿੱਚੋਂ ਰੋੜੇ ਡਿੱਗ ਪਏ। ਹੁਣ ਉਹ ਵੀਰ ਨੇ ਭੈਣ ਦੀ ਅੱਖ ਵਿੱਚ ਅੱਖ ਪਾਈ, ਉਹਦੇ ਨਾਲ ਆਪਸ ਵਿੱਚ ਤਾਲਮੇਲ ਬਣਾਇਆ, ਅੱਖ ਵਿੱਚ ਅੱਖ ਪਾਈ। ਕਹਿੰਦਾ ਦਾਵਾ ਕਰ, ਪ੍ਰਣ ਕਰ। ਕੀ ਪ੍ਰਣ ਕਰਨਾ? ਅੱਜ ਤੋਂ ਬਾਅਦ ਗਲਤ ਕੰਮ ਕਦੇ ਨਹੀਂ ਕਰਾਂਗਾ ਜਾਂ ਕਰਾਂਗੀ। ਕਹਿੰਦੀ ਹਾਂ ਵੀਰ, ਅੱਜ ਤੋਂ ਬਾਅਦ ਗਲਤ ਕੰਮ ਨਹੀਂ ਕਰਾਂਗੀ। ਨਹੀਂ ਕਰਾਂਗੇ, ਬਚ ਗਈ ਨਾ। ਬਸ ਇਸ ਤੋਂ ਅਗਲੀ ਜ਼ਿੰਦਗੀ ਸੋਹਣੀ ਬਣ ਕੇ ਜਿਉਣੀ ਸ਼ੁਰੂ ਕਰ ਦਿੱਤੀ। ਹੁਣ ਇੱਥੇ ਆਪਾਂ ਕੀ ਪੜ੍ਹਿਆ ਸੀ? ਸੂਹੁ ਵੀਏ ਨਮਾਣੀਏ ਸੋ ਪ੍ਰਭ ਸਦਾ ਸੰਭਾਲ। ਮਾਣ ਤੋਂ ਰਹਿਤ ਜ਼ਿੰਦਗੀ ਜਿਉਣ ਵਾਲੀਏ, ਤਾਣ ਤੋਂ ਰਹਿਤ ਜ਼ਿੰਦਗੀ ਜਿਉਣ ਵਾਲੀਏ। ਕੌਣ? ਜੀਵ ਇਸਤਰੀ ਸਾਡੀ। ਇਹ ਜੀਵ ਇਸਤਰੀ ਨੂੰ ਰੱਬ ਨੇ ਕੀ ਸਮਝਾ ਦਿੱਤਾ? ਅੱਜ ਤੋਂ ਬਾਅਦ ਗਲਤੀ ਨਾ ਕਰੀ, ਬਚ ਜਾਵੇਗੀ, ਜ਼ਿੰਦਗੀ 'ਚ ਸੁੱਖ ਪਾਵੇਗੀ। ਗਲਤੀ ਕਰੇਗੀ, ਬਾਰ-ਬਾਰ ਜੰਮੇਗੀ, ਬਾਰ-ਬਾਰ ਮਰੇਗੀ, ਤਸੀਹੇ ਦੁੱਖ ਝੱਲੇਗੀ। ਹੁਣ ਉਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਆ? ਰੱਬ ਦੇ ਪਿਆਰੇ ਰੱਬ ਦਾ ਰੂਪ ਬਣ ਕੇ ਆ ਕੇ ਇੱਕ ਕੁੱਟ ਤੋਂ, ਮਾਰ ਤੋਂ, ਮੌਤ ਤੋਂ ਕਿਸੇ ਜੀਵ ਨੂੰ ਬਚਾ ਗਏ ਤੇ ਸਾਰੀ ਉਮਰ ਦੇ ਲਈ ਪਰਉਪਕਾਰੀ ਕੰਮ ਕਰ ਗਏ। ਇਹਨੂੰ ਕਹਿੰਦੇ ਨੇ ਤਰਸ ਦੀ ਭਾਵਨਾ, ਪਰ ਉਪਕਾਰੀ ਕੰਮ। ਇੱਥੇ ਲਫ਼ਜ਼ ਕੀ ਵਰਤਿਆ? ਪਰ ਉਪਕਾਰੀ। ਚੰਗਾ ਕੰਮ ਕਿਸੇ ਲਈ ਕਰਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਮੇਰੇ ਵਾਲਾ ਰੋਲ। ਹੁਣ ਗੁਰੂ ਕੀ ਕਹਿੰਦਾ? ਇਹ ਮੇਰੇ ਵਾਲਾ ਰੋਲ ਦੁਨੀਆ ਵਿੱਚ ਕੋਈ ਨਿਭਾਉਂਦਾ, ਹਰ ਕੋਈ ਨਹੀਂ ਨਿਭਾਉਂਦਾ ਹੈਗਾ। ਇਹ ਮੇਰੇ ਵਾਲਾ ਰੋਲ ਗੁਰੂ ਸਾਹਿਬ ਬੋਲਦੇ ਨੇ ਵੀ ਕੋਈ ਨਿਭਾਉਂਦਾ ਹੈਗਾ। ਫਿਰ ਇਹ ਕੌਣ ਨਿਭਾਉਂਦਾ ਹੈਗਾ? ਜਿਹਦੇ ਵਿੱਚ ਗੁਰੂ ਪ੍ਰਗਟ ਹੋ ਜਾਂਦਾ। ਇਹ ਹੁਣ ਸਿਆਣਪ ਕਿੱਥੇ ਪ੍ਰਗਟ ਹੁੰਦੀ ਆ? ਜਿਹੜਾ ਗੁਰੂ ਨਾਲ ਜੁੜਿਆ ਹੋਇਆ। ਜਿਹੜਾ ਗੁਰੂ ਨਾਲ ਜੁੜਿਆ ਹੋਇਆ ਉਹਦੇ ਅੰਦਰ ਇਹ ਸਿਆਣਪ ਪ੍ਰਗਟ ਹੋ ਜਾਂਦੀ ਆ। ਪਰ ਤਾਈਓ ਕਿਹਾ ਜਾਂਦਾ ਗੁਰੂ ਨਾਲ ਜੁੜੇ ਹੋਏ ਸਿਆਣੇ ਲੋਕ ਹੁੰਦੇ ਨੇ, ਦਾਨੇ ਹੁੰਦੇ ਨੇ, ਚੰਗੇ ਹੁੰਦੇ ਨੇ। ਉਹ ਕਈ ਵਾਰ ਨਾ ਆਪਣੇ ਦੁਸ਼ਮਣ ਤੇ ਵੀ ਰਹਿਮ ਕਰ ਜਾਂਦੇ ਨੇ। ਚਲੋ ਕੋਈ ਨਹੀਂ, ਇਹ ਤਾਂ ਗਲਤੀ ਕਰ ਲਈ, ਆਪਾਂ ਇਹਦੇ ਵਰਗੇ ਨਾ ਬਣੋ, ਇਹਦੇ ਵਰਗੇ ਨਾ ਬਣੋ। ਫਿਰ ਇਹੀ ਗੁਰਬਾਣੀ ਦਾ ਕੀ ਫੈਸਲਾ? ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕੇਵਲ ਤੇ ਕੇਵਲ ਗੁਰੂ ਤੇ ਕਰਤਾਰ ਆ ਜਿਹੜੇ ਇਹ ਨਹੀਂ ਗਲਤੀ ਕਰਦੇ। ਨਹੀਂ, ਹਰ ਕੋਈ ਇਨਸਾਨ ਗਲਤੀ ਜ਼ਿੰਦਗੀ 'ਚ ਕਰਦਾ ਤੇ ਗਲਤੀ ਨੂੰ ਬਖਸ਼ਣ ਵਾਲਾ ਉਹ ਦਾਤਾ ਹੈ। ਹੁਣ ਜਿਹੜੀ ਕਹਾਣੀ ਆਪਾਂ ਸੁਣੀ ਆ, ਇਹੀ ਅਰਦਾਸ, ਇਹੀ ਬੇਨਤੀ ਉਸ ਭੈਣ ਦੇ ਸੰਬੰਧੀ ਰੱਬ ਅੱਗੇ ਖੜ ਕੇ ਕਿਸੇ ਮੰਦਰ, ਮਸਜਿਦ, ਗੁਰਦੁਆਰੇ ਵਿੱਚ ਕੀਤੀ ਜਾਂਦੀ, ਉਹ ਭੈਣ ਕਦੇ ਵੀ ਮੁਕਤ ਨਹੀਂ ਸੀ ਹੋਣੀ। ਅੱਜ ਤੋਂ ਬਾਅਦ ਜਿੰਨੀਆਂ ਗਲਤੀਆਂ ਪਹਿਲਾਂ ਹੋ ਗਈਆਂ ਉਹਨਾਂ ਦਾ ਪਛਤਾਵਾ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਇੱਕ ਸੋਹਣੀ ਜ਼ਿੰਦਗੀ ਜਿਉਂ ਕੇ ਇਸ ਧਰਤੀ ਤੋਂ ਗਈ ਆ। ਇਸ ਧਰਤੀ ਤੋਂ ਗਈ ਨਾ, ਉਹਦਾ ਨਾਂ ਕੀ ਆ? ਉਹਦਾ ਨਾਂ ਗਾ ਗਣਕਾ। ਉਹ ਭੈਣ ਦਾ ਨਾਂ ਕੀ ਆ? ਗਣਕਾ। ਚੇਤਾ ਰੱਖਿਓ। ਫਿਰ ਇਹ ਗਣਕਾ ਦਾ ਜੀਵਨ ਉਹ ਜੀਵਨ ਬਣ ਗਿਆ ਜਿਹਦੇ ਵਿੱਚ ਬਾਅਦ 'ਚ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਨਾਂ ਦਰਜ ਕਰਨਾ ਪੈ ਗਿਆ। ਭਾਈ ਗੁਰਦਾਸ ਨੂੰ ਵੀ ਹਵਾਲੇ ਦੇਣੇ ਪੈ ਗਏ। ਗਣਕਾ ਪਾਪਣ ਹੋਏ ਕੈ, ਪਾਪਾਂ ਕਾ ਗਲਹਾਰ ਪਰੋਤਾ, ਅਚਾਨ ਚੱਕ ਮਹਾਂਪੁਰਖ ਗਣਕਾ ਬਾੜੇ ਜਾਏ ਖਲੋਤਾ। ਅਚਾਨ ਚੱਕ ਮਹਾਂਪੁਰਖ, ਮਹਾਂਪੁਰਖ ਤੋਂ ਭਾਵ ਸਿਆਣਾ, ਅਤੀ ਵਧੀਆ ਜੀਵਨ ਵਾਲਾ ਵਿਅਕਤੀ। ਕਦੇ ਸਬੱਬ ਨਾਲ ਉਹ ਸਾਹਮਣੇ ਵਗ ਗਿਆ ਤੇ ਉਹਦਾ ਜੀਵਨ ਬਦਲ ਕੇ ਰੱਖ ਦਿੱਤਾ। ਕਾਸ਼ ਆਪਾਂ ਵੀ ਇਸ ਗੱਲ ਤੇ ਹੈਰਾਨ ਹੋਈਏ
ਸਾਡਾ ਜੀਵਨ ਵੀ, ਸਾਡਾ ਕਿਰਦਾਰ ਵੀ ਸ਼ਾਇਦ ਸਾਨੂੰ ਸਭ ਨੂੰ ਪਤਾ, ਮੈਨੂੰ ਆਪਣੇ ਕਿਰਦਾਰ ਦਾ ਪਤਾ, ਤੁਹਾਨੂੰ ਆਪਣੇ ਕਿਰਦਾਰ ਦਾ ਪਤਾ। ਰੱਬ ਜੀ ਨੇ ਇੱਕ ਭੁਲੇਖਾ ਰੱਖਿਆ, ਹਰ ਇੱਕ ਦਾ ਕਿਰਦਾਰ ਪਰਦੇ 'ਚ ਰੱਖਿਆ ਗਾ, ਹਰ ਇੱਕ ਦੀ ਇੱਜ਼ਤ ਪਰਦੇ 'ਚ ਰੱਖੀ ਆ। ਕਿਸੇ ਦੀ ਇੱਜ਼ਤ ਕਿੰਨੀ ਕੋ ਆ, ਕਿੰਨੀ ਕੋ ਘਟੀਆ, ਕਿੰਨੀ ਕੋ ਵਧੀਆ, ਪਰ ਉਹ ਇੱਜ਼ਤ ਬਾਰੇ ਗੁਰੂ ਤੇ ਖੁਦ ਮਨੁੱਖ ਜਾਣਦਾ। ਬੇਨਤੀ ਕਰੀਏ ਸਾਨੂੰ ਕਦੇ ਕਿਰਦਾਰ ਤੋਂ ਤਾਂ ਡਿੱਗੀ। ਬਸ ਜਿਹੜੇ ਸਾਡੇ ਪੁਰਾਤਨ ਗੁਰਸਿੱਖ ਸੀ ਨਾ, ਚੜ੍ਹਦੀ ਕਲਾ ਵਾਲੇ, ਉਹਨਾਂ ਦੇ ਜੀਵਨ ਵਿੱਚ ਇਹੀ ਪੱਖ ਸੀ, ਉਹ ਕਦੇ ਕਿਰਦਾਰ ਤੋਂ ਨਹੀਂ ਸੀ ਗਿਰੇ ਆਪਣੇ ਤੋਂ। ਚਲੋ, ਕਹਿਣ ਤੋਂ ਭਾਵ ਫਿਰ ਜਦੋਂ ਅਸੀਂ ਆਪਾਂ ਚੜ੍ਹਦੀ ਕਲਾ ਵਾਲਾ ਜ਼ਿੰਦਗੀ ਜੀਵਨ ਜਿਉਵਾਂਗੇ ਨਾ, ਫਿਰ ਗੁਰੂ ਸਾਡੇ ਅੰਗ ਸੰਗ ਹੋਵੇਗਾ। ਉਹ ਸਾਨੂੰ ਅੱਜ ਦੇ ਸ਼ਬਦ ਵਾਂਗ ਜ਼ਰੂਰ ਸਮਝਾਵੇਗਾ, ਮੈਂ ਪੁੱਤ ਤੇਰੇ ਤੇ ਤਰਸ ਕਰਦਾ। ਤਰਸ ਕਰਨ ਵਾਲਾ ਹੀ ਕਿਸੇ ਤੇ ਪਰਉਪਕਾਰੀ ਕੰਮ ਕਰ ਸਕਦਾ ਹੁੰਦਾ, ਤੇ ਤਰਸ ਗੁਰੂ ਕਰਦਾ, ਗੁਰੂ ਦਾ ਸਿੱਖ ਕਰਦਾ, ਹਰੇਕ ਨਹੀਂ ਕੋਈ ਕਰਦਾ। ਤਰਸ ਗੁਰੂ ਤੇ ਗੁਰੂ ਦਾ ਸਿੱਖ ਹੀ ਕਰਦੇ ਨੇ। ਅੱਗੇ ਪਾਸੇ ਜ਼ਿਕਰ ਕਰਦੇ, ਨਾਨਕ ਜਨਮ ਸਵਾਰਹਿ ਆਪਣਾ। ਫਿਰ ਉਹਨਾਂ ਨੇ ਆਪਣਾ ਜਨਮ ਆ ਜਿਹੜਾ ਉਹ ਸਵਾਰ ਲਿਆ ਭਾਈ, ਸੋਹਣਾ ਬਣਾ। ਨਾਨਕ ਜਨਮ ਸਵਾਰਹਿ ਆਪਣਾ, ਉਹ ਆਪਾਂ ਕੱਲ ਸੁਣ ਲਈ ਸੀ, ਕਿਉਂਕਿ ਕੱਲ ਦਾ ਸ਼ਬਦ ਹੀ ਇਹ ਅੱਜ ਵਾਲਾ ਵੀ ਉਹਦਾ ਅਗਲਾ ਹਿੱਸਾ ਹੈਗਾ। ਆਪ ਸਵਾਰੇ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਫਿਰ ਪਾਤਸ਼ਾਹ ਜੀ ਅੱਗੇ ਜ਼ਿਕਰ ਕਰਦੇ ਨੇ ਪੌੜੀ। ਪੌੜੀ ਵਿੱਚ ਕੀ ਦਰਜ ਕੀਤਾ, ਆਪੇ ਤਖਤ ਰਚਾਇਓ ਅਨ ਆਕਾਸ਼ ਪਤਾਲਾ। ਆਪੇ ਤਖਤ ਰਚਾਇਓ ਅਨ, ਰਚਾਇਓ ਅਨ ਤੋਂ ਭਾਵ ਬਣਾਉਣਾ। ਉਹ ਪ੍ਰਮਾਤਮਾ ਨੇ ਆਪਣਾ ਤਖਤ ਆਪ ਬਣਾਇਆ। ਤਖਤ ਤੋਂ ਭਾਵ ਹੁੰਦਾ ਉੱਚ ਕੋਟੀ ਦੀ ਵਧੀਆ ਉੱਚੇ ਥਾਂ ਵਾਲੀ ਇਮਾਰਤ, ਜਿੱਥੇ ਹਰ ਕੋਈ ਜੀਵ ਆਵੇ ਆਪਣੀ ਭਾਵਨਾ ਲੈ ਕੇ, ਉਹਦੇ ਅੰਦਰ ਦੀ ਵੇਦਨਾ, ਉਹਦੇ ਅੰਦਰ ਦੀ ਦੁੱਖ ਤਕਲੀਫ ਸੁਣ ਕੇ ਉਹਦਾ ਇਲਾਜ ਕੀਤਾ ਜਾਵੇ, ਉਹਨੂੰ ਤਖਤ ਕਹਿੰਦੇ ਨੇ। ਸ਼ਾਹੀ ਤਖਤ ਆਪਾਂ ਕਹਿੰਦੇ ਰਾਜੇ ਦਾ ਤਖਤ, ਰਾਜੇ ਦਾ ਕੰਮ ਵੀ ਇਹੀ ਹੁੰਦਾ ਵੀ ਹਰ ਇੱਕ ਦੇ ਦੁੱਖੜੇ ਸੁਣੇ, ਪਰ ਉਹਨਾਂ ਨੇ ਦੁੱਖੜੇ ਸੁਣੇ ਵੀ ਨਹੀਂ, ਜੇ ਸੁਣ ਲਏ ਤਾਂ ਉਹਨਾਂ ਦੁੱਖੜਿਆਂ ਦਾ ਇਲਾਜ ਵੀ ਨਹੀਂ ਕੀਤਾ। ਉਹ ਅੱਜ ਦਿੱਲੀ ਆਪਾਂ ਦੇਖ ਹੀ ਰਹੇ ਹਾਂ, ਦੁੱਖੜੇ ਲੈ ਕੇ ਤਾਂ ਪੇਸ਼ ਹੋ ਗਏ ਨਾ ਵੀ ਆ ਦੁੱਖ ਆ ਸਾਨੂੰ, ਉਹ ਸੁਣ ਵੀ ਨਹੀਂ ਰਹੇ ਤੇ ਉਹਨਾਂ ਦਾ ਇਲਾਜ ਵੀ ਨਹੀਂ ਹੋ ਰਿਹਾ। ਫਿਰ ਉਹ ਤਖਤ ਨਹੀਂ ਹਨ, ਉਹ ਤਾਂ ਪ੍ਰਾਈਵੇਟ ਕੰਪਨੀਆਂ, ਪ੍ਰਾਈਵੇਟ ਘਰ ਨੇ ਆਮ। ਹੁਣ ਕਿਸੇ ਦੇ ਘਰ ਵਿੱਚ ਜਾ ਕੇ ਦੁੱਖ ਨਹੀਂ ਸੁਣਾਇਆ ਜਾਂਦਾ, ਮੈਨੂੰ ਆਹ ਦੁੱਖ ਆ। ਦੁੱਖ ਕਿੱਥੇ ਸੁਣਾਇਆ ਜਾਂਦਾ? ਤਖਤ ਤੇ ਸੁਣਾਇਆ ਜਾਂਦਾ। ਤਖਤ ਕਿਹੜਾ? ਜਿੱਥੇ ਗੁਰੂ ਬੈਠਾ ਜਾਂ ਰਾਜਾ ਬੈਠਾ। ਪਰ ਸਾਨੂੰ ਸਾਡੇ ਗੁਰੂ ਨੇ ਰਾਜੇ ਦੀਆਂ ਲੇਲੜੀਆਂ ਕੱਢਣ ਦੇ ਲਈ ਇਜਾਜ਼ਤ ਨਹੀਂ ਦਿੱਤੀ। ਲੇਲੜੀਆਂ ਭਾਵਨਾ ਸਮਝੋ ਤੁਸੀਂ। ਗੁਰੂ ਸਾਹਿਬ ਕੀ ਕਹਿੰਦੇ ਨੇ ਵੀ ਕਿਸੇ ਰਾਜੇ ਮਹਾਰਾਜੇ ਦੇ ਜਾ ਕੇ ਨਾ ਗੋਡੀ ਨਹੀਂ ਡਿੱਗਣਾਗਾ। ਇਹ ਤਾਂ ਬਚਪਨ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵੀ ਸਾਨੂੰ ਸਮਝਾਇਆ, ਤੇ ਬਚਪਨ ਦੀ ਅਵਸਥਾ ਵਿੱਚ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਟਨੇ ਦੀਆਂ ਗਲੀਆਂ ਵਿੱਚ ਸਮਝਾਇਆਗਾ ਵੀ ਕਿਸੇ ਦੀਆਂ ਲੇਲੜੀਆਂ ਨਹੀਂ ਕੱਢਣੀਆਂ, ਸਾਨੂੰ ਸਮਝਾ ਦਿੱਤਾ। ਚਲੋ ਹੁਣ ਇੱਧਰਲੇ ਆਪਾਂ ਤਖਤ ਨੂੰ ਛੱਡ ਦੋ, ਰਾਜੇ ਵਾਲੇ ਨੂੰ। ਆਪਾਂ ਹੁਣ ਪਹੁੰਚ ਜਾਓ ਆਪਣੇ ਤਖਤ ਤੇ। ਇੱਥੇ ਲਿਖਿਆ ਤੱਤਾ ਖੱਖਾ ਤੱਤਾ ਤਖਤ, ਤੇ ਤੱਤੇ ਦੇ ਪੈਰ ਵਿੱਚ ਔਂਕੜਾ, ਤੇ ਉਹਦਾ ਅਰਥ ਕੀ ਬਣ ਗਿਆ? ਇੱਕੋ ਹੀ ਤਖਤ ਆ ਸਿੱਖ ਦਾ, ਇੱਕੋ ਹੀ ਤਖਤ। ਚਲੋ ਸ਼ਾਇਦ ਮੈਂ ਇਸ ਵਿਚਾਰ ਤੋਂ ਹੀਣਾ ਸਮਝਦਾ ਆਪਣੇ ਆਪ ਨੂੰ। ਜੋ ਆਪਾਂ ਗੱਲ ਕਰਨੀ ਆ, ਸਿੱਖਾਂ ਦੇ ਕਈ ਤਖਤ ਨਹੀਂ, ਇੱਕੋ ਹੀ ਤਖਤ ਆ। ਇਹ ਸਾਡੇ ਵਿੱਚ ਘੁਸਪੈਠ ਕੀਤੀ ਗਈ ਆ ਸਾਨੂੰ ਨੀਵਾਂ ਦਿਖਾਉਣ ਦੇ ਲਈ। ਨੰਬਰ 2, ਜਿੱਥੇ ਵੀ ਗੁਰੂ ਸਾਹਿਬ ਜੀ ਦਾ ਆਸਣ ਲੱਗਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਿੱਖ ਲਈ ਉਹੀ ਤਖਤ ਆ। ਦੋਨੇ ਗੱਲਾਂ ਹੋ ਗਈਆਂ ਨਾ। ਜੇ ਤਾਂ ਆਪਾਂ ਉਹੀ ਤਖਤ ਵੇਖੀਏ ਤਾਂ ਫਿਰ ਤਾਂ ਸਾਡੇ ਬਾਹਲੇ ਤਖਤ ਨੇ, ਪਰ ਹੈ ਸਾਡਾ ਇੱਕੋ ਹੀ ਤਖਤ। ਇੱਕ ਤਖਤ ਦਾ ਮਤਲਬ ਜਦੋਂ ਗੁਰੂ ਇੱਕ ਆ, ਫੈਸਲਾ ਸੁਣਾਉਣ ਵਾਲਾ ਇੱਕ ਆ, ਚਾਹੇ ਹਰਮੰਦਰ ਸਾਹਿਬ ਵਿੱਚ ਸੁਣਾ ਦੇ, ਦਰਬਾਰ ਸਾਹਿਬ ਅੰਮ੍ਰਿਤਸਰ ਧਰਤੀ ਤੇ, ਚਾਹੇ ਉਹ ਇੱਥੇ ਸੁਣਾ ਦੇ। ਜਦੋਂ ਫੈਸਲਾ ਸੁਣਾਉਣ ਵਾਲਾ ਇੱਕ ਆ ਤੇ ਤਖਤ ਵੀ ਸਾਡਾ ਇੱਕੋ ਹੀ ਆ। ਪਰ ਅੱਜ ਕੀ ਹੋ ਗਿਆ? ਅੱਜ ਪੱਖ ਪਤਾ ਨਾ ਆਪਾਂ ਨੂੰ ਅੱਜ ਦਾ ਪੱਖ ਕੀ ਆ। ਅੱਜ ਜਦੋਂ ਸਵਾਲ ਕਰੀ ਨਾ ਸਿੱਖੋ ਤੁਹਾਡੇ ਤਖਤ ਕਿੰਨੇ ਨੇ, ਤੇ ਆਪਾਂ ਕੀ ਕਹਿੰਦੇ ਆਗੇ? 5 ਆ। ਸਾਨੂੰ ਸਾਡੇ ਇਤਿਹਾਸਕ ਤੱਥਾਂ ਦੇ ਸਰੋਤ ਜਦੋਂ ਆਪਾਂ ਵੇਖਦੇ ਆ ਨਾ, ਉੱਥੇ ਵੀ ਸਵਾਲ ਜਵਾਬ ਪੜ੍ਹਦੇ ਆ ਤਾਂ ਉੱਥੇ ਵੀ ਲਿਖਿਆ ਹੁੰਦਾ ਵੀ 5 ਤਖਤ ਨੇਗੇ। ਪਰ ਮਾਫ ਕਰਨਾ, ਕਦੋਂ ਸਾਡੀ ਕੌਮ ਜਾਗੂ,
कदों कोई नलूगे वर्गा वारस आऊ, कदों कोई फूला सिंह वर्गा, शाम सिंह अटारी वर्गा चढ़दी कला वाले गुरसिख आउणगे जिहड़े मौके दे राजे नूं भी सज़ा सुना दिंदे ने। जथेदार मौके दे राजे नूं भी सज़ा सुणांदे ने, पर गुरु दे सिद्धांत नूं उल्ट नहीं करदे, ओहदा पलटा नहीं मारदे गे। सज़ा देंदे ने, गुरु दे सिद्धांत नूं टेढ़ा विंगा नहीं करदे गे। अज दा समां किहो जिहा आ गया, सज़ा देण दी गल दूर आ, गुरु दे सिद्धांत नूं मलीए मेट विच कीता जांदा गा, खत्म कीता जांदा गा, पर किसी राजे नूं नाराज नहीं कीता जांदा। ये नानक दा घर ओह आ जिथे राजिਆਂ नूं भी सज़ा मिल जांदी आ, पर इहनूं समझांगे कदों, ओह दिन कदों आवेगा। शायद अज दे हालात वेख के तां ओह दिन आउणा मुश्किल आ। मैं भी तुहाडे विच ही हांगा, आपां सारे इक्को ही हांगे, अपने अगले बड़े थलड़े छोटे सब इक्को ही आ, पर कदे वो दिन कदों आऊगा, वो दिन की उड़ीक आ। उड़ीक इसे करके रखनी पू, सानू कौम दे वो वारस तैयार करने पैणगे। सानू नौजवानां नू, बच्चियां नू, बच्चियां नू इतिहास गुरमत की गुड़ती देनी पवेगी, पढ़ाउणा पवेगा, उन्होंने समझाउणा पवेगा, फिर गल जाके बनेगी। फिर ये गल्लां जाके ना साडी विद्वानां दी बैठक विच होणगीआं। वो विद्वान कौन ने? साडे नौजवान ही बनणगे, साडीआं बच्चियां, साडे बच्चे बनणगे। फिर उन्होंने फैसला करना वाकई गुरु साहब तां कहंदे ने इक्को ही तख्त आ साडा, ते साडे किन्ने बन गए? 5। मान लो साडे घर दे विच ना, अपने घर विच 5 भरा ने, जिम्मेवारी एक दी आ, परिवार दा ढांचा बहुत सोहना चलदा, ओहदे ते शक किसे नूं नहीं भी गलत करो। वो विश्वास दा पात्र होवे, विश्वास दा पात्र होवे ना, ये ना होवे 5 करे दसे 50, 50 कमावे दसे 5, फिर नहीं ढांचा चलना गा। अच्छा, फिर साडे विच दूजी धिर आ बड़ी, उस दूजी धिर ने 5 दे चुल्हे अड्डो अड्ड करवा दित्ते। हुण एक दे चुल्हे ते नानक दी मत आ, दूजे दे चुल्हे ते लाला वाले दी मत आ, तीजे दे ते होर किसे दी आ, चौथे ते होर किसे दी आ, 5वें ते होर किसे दी आ। साडी कौम दे हालात शायद आ बन गए। सानू 5 तख्त देते, हुक्म एक दा मनना सी, प्रकाश एक दा होना सी, कुर्सी ते एक ने बैठना सी, उत्थे भारू कोई होर पै गया। पहले तख्त की मर्यादा होर आ, दूजे तख्त की मर्यादा होर आ, तीजे तख्त की मर्यादा होर आ, चौथे की मर्यादा होर आ, ते 5वें की मर्यादा होर आ। निगाह मार के देखो, हुण गल की सी, साडा तख्त एक, वो किहने बनाया सी? जे आपां सरीरक तल ते वेखीए ना, सतगुरु गुरु हरगोबिंद साहब महाराज जी ने दरबार साहब दे विच तख्त बनाया, हरमंदर साहब दे बिल्कुल ऐन सामने, हरमंदर साहब दे बिल्कुल सामने तख्त बनाया। उत्थे सुनवाई हुंदी सब दी, सब दी, एक दी नहीं, सब दी सुनवाई सी। पर चेता रखियो, उस तो बाद की कहा, यही तख्त घर घर हैगा, हरेक पिंड विच आ, किहड़ा? जिथे गुरु ग्रंथ साहब दा प्रकाश आ। इत्थे भी गुरमत मुताबक सुनेहा दिता जांदा, उथों भी गुरमत मुताबक सुनेहा आवे, इक्को ही तख्त हैगा। इत्थे की लिखिया गा? आपे तख्त रचायो अन। इत्थे साडे गुरु दी गल नहीं, इत्थे रब दी गल आ। परमात्मा भी एक तख्त ही बैठा गा, ओहदे 2 तख्त नहीं, ओहदे 3 तख्त नहीं, ओहदे 4 तख्त नहीं हन। मन लो पूरी मनुखता धरती तो इक्को ही है, इस तां कोई दो रावां नहीं हन, सब दी साह वाली किरिया एक आ। ये नहीं है भी साडे साह ने जिहड़े वो होर किस्म दे आ, हवा जिहड़ी साडी आ, सानूं अंदर ऑक्सीजन जांदी आ, होर किस्म दी आ। बाहर विदेशी लोगों की किस्म होर आ, उदों अगे टप जी उन्हां दी किस्म होर आ, उदों अगे टप जी उन्हां दी किस्म होर आ। नहीं, प्यास बुझाउण वाला पानी सेम ही आ, उहदे नां अलग अलग हो सकते हैं, क्रियावां सेम ही है ना। पर हुण इत्थे समझना की आपां, जे साडी सारियां दी मतलब क्रिया एक तां रब ने सारियां नूं जीवन भी इक्को जी दिता हैगा, इक्को ही रूप, इक्को ही आकार, सब कुछ सेम बना दिता। चलो हुण अगली गल की है, फिर वो परमात्मा दुनिया विच तां विचरदा ही आ, फिर ये नहीं है भी पताल विच परमात्मा होर हैगा, पताल विच भी उही सेम आ, आकाश विच होर हैगा, आकाश विच भी सेम ही आ। भाव तिन्ने भवनां दे विच भी वो परमात्मा इक्को ही तख्त ते आप विराजमान है, सारियां दे विच रचिया मिचिया। ताइयों तत्ता खखा तत्ता तख्त
ਇਹ ਤਾਂ ਦੁਨਿਆਵੀ ਇਮਾਰਤ ਜਿੱਥੇ ਫੈਸਲਾ ਹੁੰਦਾ ਉਹਦਾ ਜ਼ਿਕਰ ਕੀਤਾ। ਜੇ ਔਂਕੜ ਲੱਗੀ ਪਿਛਲੇ ਤੱਤੇ ਥੱਲੇ ਤਾਂ ਕੀ ਬਣ ਗਿਆ? ਇੱਕੋ ਹੀ ਤਖਤ ਹੈ, ਇੱਕੋ ਹੀ ਪਰਮਾਤਮਾ ਹੈ, ਇੱਕੋ ਹੀ ਫੈਸਲਾ ਦੇਣ ਵਾਲਾ, ਇੱਕੋ ਹੀ ਸੁਣਾਉਣ ਵਾਲਾ ਹੈ। ਉਹਨੇ ਆਪਣੀ ਕੁਰਸੀ ਵੀ ਇੱਕ ਬਣਾਈ ਆ। ਸਾਰਿਆਂ ਦੀ ਕੁਰਸੀ ਕਿਹੜੀ ਬਣਾਈ ਆ? ਸਾਰਿਆਂ ਵਿੱਚ ਰਹਿਣ ਵਾਲੀ ਹਿਰਦਾ। ਹਿਰਦਾ ਮੀਨਜ਼ ਦਿਮਾਗ। ਉਹ ਸਭ ਦੇ ਦਿਮਾਗ ਵਿੱਚ ਬੈਠਾ। ਕੋਈ ਕੋਈ ਉਹ ਕੁਰਸੀ ਤੋਂ ਨੂੰ ਵਰਤ ਲੈਂਦਾ ਬੈਠੇ ਨੂੰ, ਤੇ ਕੋਈ ਕੋਈ ਨਹੀਂ ਵਰਤਦਾ। ਦੀਵਾ ਉਹਨੇ ਸਭ ਨੂੰ ਦਿੱਤਾ ਗਾ। ਕੋਈ ਉਹ ਦੀਵੇ ਦੇ ਚਾਨਣ ਵਿੱਚ ਤੁਰ ਪੈਂਦਾ ਤੇ ਦੀਵਾ ਜਗੀ ਜਾਂਦਾ, ਤੇ ਕੋਈ ਮੇਰੇ ਵਰਗਾ ਨਹੀਂ ਤੁਰਦਾ ਗਾ। ਅੱਖਾਂ ਸਭ ਨੂੰ ਦਿੱਤੀਆਂ ਨੇ। ਕੋਈ ਇਹਨਾਂ ਅੱਖਾਂ ਹੁੰਦਿਆਂ ਹੋਇਆਂ ਟੋਆਂ 'ਚ ਡਿੱਗਦਾ ਫਿਰਦਾ, ਕੋਈ ਇਹਨਾਂ ਅੱਖਾਂ ਤੋਂ ਇੰਨਾ ਚੰਗਾ ਕੰਮ ਲੈਂਦਾ। ਉਹ ਆਪਣੀ ਮੰਜ਼ਿਲ ਆ ਜਿਹੜੀ, ਆਪਣਾ ਰਸਤਾ ਜਿਹੜਾ ਉਹ ਤੈਅ ਕਰ ਜਾਂਦਾ ਹੈਗਾ। ਹੱਥ ਸਭ ਨੂੰ ਦਿੱਤੇ ਨੇ। ਕੋਈ ਮਾੜੇ ਕੰਮ ਕਰੀ ਜਾਂਦਾ ਤੇ ਕੋਈ ਚੰਗੇ ਕੰਮ ਕਰੀ ਜਾਂਦਾ। ਚਲੋ ਕਹਿਣ ਤੋਂ ਭਾਵ ਉਹ ਪਰਮਾਤਮਾ ਨੇ ਫਿਰ ਭਾਈ ਇੱਕੋ ਹੀ ਤਖਤ ਆਪਣਾ ਬਣਾਇਆ। ਜੇ ਪਰਮਾਤਮਾ ਤਖਤ ਇੱਕ ਆ ਤਾਂ ਗੁਰੂ ਨੇ ਵੀ ਇੱਕ ਤਖਤ ਬਣਾਇਆ। ਇੱਕੋ ਹੀ ਪਰਮਾਤਮਾ, ਇੱਕੋ ਹੀ ਗੁਰੂ, ਇੱਕੋ ਹੀ ਮਨੁੱਖਤਾ, ਵੰਡੀ ਕਿਤੇ ਵੀ ਨਹੀਂ ਹੈ। ਤੇ ਵੰਡੀਆਂ ਜਿਹੜੀਆਂ ਪੈ ਗਈਆਂ, ਇੱਕ ਬਹੁਤ ਮੰਦਭਾਗੀ ਤੇ ਅਣਹੋਣੀ ਗੱਲ ਆ ਸਾਡੇ ਸਮਾਜ ਦੀ। ਫਿਰ ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ, ਆਕਾਸ ਪਤਾਲਾ, ਧਰਤੀ, ਆਕਾਸ ਤੇ ਪਤਾਲ ਵਿੱਚੋਂ ਪਰਮਾਤਮਾ ਆਪ ਰਵਿਆ ਪਿਆਗਾ। ਹੁਕਮੇ ਧਰਤੀ ਸਾਜੀ ਅੰਨ। ਕੋਈ ਨਾ ਵੀਰ ਮੇਰੇ ਨਾਲ ਗੱਲ ਨਹੀਂ ਪੈ ਗਿਆ, ਕਹਿੰਦੇ ਰੱਬ ਕਿਹਨੇ ਬਣਾਇਆਗਾ? ਮੈਂ ਕਿਹਾ ਤਾਂ ਮੈਨੂੰ ਵੀ ਨਹੀਂ ਪਤਾ ਭਾਈ। ਮੈਂ ਕਿਹਾ ਤੂੰ ਐਂ ਵੇਖ ਲੈ, ਤੈਨੂੰ ਕਿਹਨੇ ਬਣਾਇਆਗਾ? ਰੱਬ ਨੂੰ ਤਾਂ ਬਾਅਦ ਚ ਦੇਖਾਂਗੇ। ਆਪਾਂ ਆਪਣੇ ਆਪ ਵੱਲ ਨਿਗਾਹ ਮਾਰ ਗਏ। ਸਾਡੀ ਬਣਤਰ, ਸਾਡਾ ਨਮੂਨਾ ਕਿਹੜੇ ਮਿਸਤਰੀ ਨੇ ਬਣਾਇਆਗਾ? ਸਾਡਾ ਨਕਸ਼ਾ ਕਿੱਥੋਂ ਆਇਆ, ਕਿਹੜੇ ਦੇਸ਼ ਚੋਂ ਆਇਆ? ਇੰਨੀ ਨਿਗਾਹ ਮਾਰ ਲਓ। ਇਹ ਤਾਂ ਗੁਰੂ ਸਾਹਿਬ ਰੋਜ਼ ਹੀ ਕਹਿੰਦੇ ਆ ਨਾ, ਜੋ ਬ੍ਰਹਮੰਡੇ ਸੋਈ ਪਿੰਡੇ। ਆਪਣੇ ਪਿੰਡੇ ਨੂੰ, ਆਪਣੇ ਆਪ ਨੂੰ ਖੋਜ ਪੜਚੋਲ ਕਰ। ਗਾਹਾਂ ਵਾਲੇ ਹਿੱਸੇ ਤਾਂ ਜਾਈ ਜੇ ਪਹਿਲੇ ਸਟੈਪ ਨੂੰ ਪਾਸ ਕਰੇਗਾ। ਜੇ ਪਹਿਲੇ ਰਾਉਂਡ ਨੂੰ ਪਾਸ ਨਹੀਂ ਕਰ ਸਕਦਾ, ਫਿਰ ਅਗਲੇ ਥਾਂ ਤੇ ਜਾਣ ਦੀ ਕੋਈ ਲੋੜ ਨਹੀਂ ਹੈ। ਅਗਲੀ ਕਲਾਸ ਵਿੱਚ ਬੱਚਾ ਤਦ ਜਾਂਦਾ ਜੇ ਪਿੱਛੇ ਤੋਂ ਪਾਸ ਹੋ। ਜੇ ਪਿਛਲੇ ਕਲੀਅਰ ਨਹੀਂ ਕੀਤਾ ਤਾਂ ਅੱਗੇ ਕਿਵੇਂ ਜਾਵੇਗਾ? ਕਹਿਣ ਤੋਂ ਮੁਰਾਦ ਵੀ ਅਸੀਂ ਅਗਲੇ ਸਟੈਪ ਤੇ ਤਾਂ ਪਹੁੰਚ ਜਾਂਦੇ ਆ। ਰੱਬ ਕਿਹਨੇ ਬਣਾਇਆ, ਕਿੱਥੇ ਆ, ਕੀ ਕਰਦਾ, ਕਿੱਥੇ ਰਹਿੰਦਾ, ਕਿਹੜੇ ਮੰਦਿਰ 'ਚ ਰਹਿੰਦਾ ਗਾ, ਉੱਥੇ ਪਹੁੰਚ ਗਏ। ਪਰ ਪਿਛਲਾ ਪੱਖ ਨਹੀਂ ਵੇਖਿਆਗਾ। ਉਹਨੂੰ ਉੱਥੇ ਤੱਕ ਜਾਣ ਦੀ ਬਜਾਏ ਪਿੱਛੇ ਆਪਾਂ ਰਹਿ ਕੇ ਦੇਖਣ ਦੀ ਕੋਸ਼ਿਸ਼ ਕਰੀਏ। ਫਿਰ ਇੱਥੇ ਕੀ ਕਹਿੰਦੇ ਗੁਰੂ ਸਾਹਿਬ? ਉਹਨੇ ਆਪਣੇ ਹੁਕਮ ਦੇ ਵਿੱਚ ਹੀ ਧਰਤੀ ਬਣਾਈ ਆ, ਹੁਕਮ ਦੇ ਵਿੱਚ ਹੀ ਆਕਾਸ਼, ਹੁਕਮ ਦੇ ਵਿੱਚ ਹੀ ਪਾਣੀ। ਉਹਦਾ ਹੁਕਮ, ਉਹ ਕਿੱਥੋਂ ਪ੍ਰਕਾਸ਼ ਹੋਇਆ? ਉਹ ਮੂਲ ਮੰਤਰ ਦੱਸ ਰਿਹਾ। ਚਲੋ ਪੁੱਛ ਲਓ ਆਪਾਂ ਗੁਰੂ ਸਾਹਿਬ ਨੂੰ, ਮੈਨੂੰ ਵੀ ਨਹੀਂ ਪਤਾ ਵੀ ਕਿੱਥੋਂ ਪ੍ਰਕਾਸ਼ ਹੋਇਆ, ਕਿਵੇਂ ਪ੍ਰਕਾਸ਼ ਹੋਇਆ। ਮੂਲ ਮੰਤਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੱਸਦੇ ਨੇ, ਅਜੂਨੀ ਸੈ ਭੰਗ। ਉਹ ਸੁਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਕਾਸ਼ ਹੈ। ਉਹਨੂੰ ਜਨਮ ਦੇਣ ਵਾਲੀ ਕੋਈ ਮਾਂ ਨਹੀਂ ਹੈ, ਉਹਨੂੰ ਜਨਮ ਦਿਵਾਉਣ ਵਾਲਾ ਕੋਈ ਬਾਪ ਨਹੀਂ ਹੈ, ਉਹਦਾ ਕੋਈ ਪਿੰਡ ਨਹੀਂ ਹੈ, ਉਹਦਾ ਕੋਈ ਸਰੀਰ ਨਹੀਂ ਹੈ। ਚੱਕਰ ਚਿਹਨ ਅਰ ਵਰਨ, ਜਾਤ ਔਰ ਪਾਤ ਨਿਹਨ ਜਿਹੇ, ਰੂਪ ਰੰਗ ਔਰ ਰੇਖ ਏਖ, ਕੋ ਕਹਿ ਨਾ ਸਕਤ ਕਿਹ ਅਚਲ ਮੂਰਤ। ਉਹੀ ਤਾਂ ਆ ਮੂਰਤ। ਅਚਲ ਤੋਂ ਭਾਵ ਨਾ ਦਿਸਣ ਵਾਲੀ, ਉਹ ਦਿੰਦਾ ਨਹੀਂ ਹੈ, ਦਿੰਦਾ ਨਹੀਂ ਹੈ। ਭਾਵ ਇੱਥੇ ਸਾਡੇ ਦਿਮਾਗ ਅਜੇ ਵੀ ਭੁਲੇਖਾ ਗਾ। ਕਿੱਥੇ ਭੁਲੇਖਾ ਪੈ ਗਿਆ? ਸ਼ਾਇਦ ਪਤਾ ਨਹੀਂ ਵੀ ਕੀ ਗੱਲ ਆ, ਕੀ ਬਾਤ ਆ, ਵੀ ਸਾਡਾ ਅੰਮ੍ਰਿਤ ਵੀ ਛਕਿਆ, ਬਾਣੀ ਵੀ ਅਸੀਂ ਪੜ੍ਹ ਰਹੇ ਹਾਂ, ਇਤਿਹਾਸ ਤੋਂ ਵੀ ਅਸੀਂ ਜਾਣੂ ਆ, ਸਤ ਸੰਗਤ ਵੀ ਅਸੀਂ ਰੋਜ਼ ਕਰਦੇ ਹਾਂ। ਰੋਜ਼ ਦੀ ਗੱਲ ਆ, ਰੋਜ਼ ਦੀ ਕਿਰਿਆ ਸਾਡੀ, ਨਿਤਨੇਮ ਦੀ, ਸਹਿਜ ਪਾਠ ਦੀ। ਫਿਰ ਵੀ ਸਾਡੇ ਮਨ 'ਚ ਇੱਕ ਭੁਲੇਖਾ। ਕਹਿੰਦੇ 10ਵੇਂ ਪਾਤਸ਼ਾਹ ਤਾਂ ਗੁਰੂ ਪਰਮਾਤਮਾ ਨੂੰ ਕਹਿੰਦੇ ਆਪ ਮਿਲਿਆ ਹੋਇਆ ਸੀ। ਕਹਿੰਦੇ ਸਿੱਖਾਂ ਨੇ ਪੁੱਛਿਆ ਵੀ ਤੂੰ ਤਾਂ ਦਰਸ਼ਨ ਕਰ ਲੈ, ਸਾਨੂੰ ਤਾਂ ਕਰਾ ਦੋ। ਵੀ ਦੇਖੋ ਮੈਂ ਤਾਂ ਨਹੀਂ ਕਿਤੇ ਪੜ੍ਹਿਆ ਵੀ ਸਿੱਖਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਹੋਵੇ ਤੂੰ ਦਰਸ਼ਨ ਕਰ ਲੈ, ਸੀ ਰਹਿ ਗਏ। ਭਾਵ ਉਹ ਪਰਮਾਤਮਾ ਤਾਂ ਹਰ ਇੱਕ ਵਿੱਚ ਹੀ ਹੈਗਾ। ਆਪਾਂ ਵਰਤਣ ਦਾ ਢੰਗ ਸਿੱਖਣਾ। ਮੋਬਾਈਲ ਫੋਨ ਹਰ ਇੱਕ ਬੱਚੇ ਨੂੰ ਮਿਲ ਗਿਆ ਅੱਜ ਦੇ ਸਮੇਂ 'ਚ, ਉਹਨੂੰ ਵਰਤਣਾ ਕਿਵੇਂ ਹੈਗਾ ਉਹ ਬੱਚੇ ਤੇ ਡਿਪੈਂਡ ਆ। ਉਹ ਪਰਮਾਤਮਾ ਨੇ ਆਪਣਾ ਹਰਮੰਦਰ ਘਰ ਸਭ ਨੂੰ ਦੇ ਦਿੱਤਾ, ਪਰ ਉਹਨੂੰ ਵਰਤਣਾ ਕਿਵੇਂ ਆ ਉਹ ਸਾਡੇ ਤੇ ਜ਼ਿੰਮੇਵਾਰੀ ਦਿੱਤੀ ਆ। ਪਰ ਸਾਡਾ ਜੀਵਨ ਅਜੇ ਇੱਥੇ ਹੀ ਖੜਾ। ਗੁਰੂ ਨਾਨਕ ਨੂੰ ਮਿਲਿਆ ਸੀ, ਗੁਰੂ ਅੰਗਦ ਨੂੰ ਮਿਲਿਆ ਸੀ, ਸਾਨੂੰ ਮਿਲਿਆ ਨਹੀਂ। ਉਹਨਾਂ ਨੇ ਦੇਖਿਆ ਸੀ, ਉਹਨਾਂ ਨੇ ਗੱਲਾਂ ਕੀਤੀਆਂ ਸੀ। ਜਿਹੜੀ ਆਪਾਂ ਕਥਾ 'ਚ ਕਈ ਵਾਰ ਸੁਣਦੇ ਆ ਨਾ ਵੀ ਬਾਬਾ ਫਰੀਦ ਸਾਹਿਬ ਨੇ, ਆਪਾਂ ਕੱਲ ਗੱਲ ਕੀਤੀ ਸੀ, ਗੱਲਾਂ ਕੀਤੀਆਂ ਕਿਹਦੇ ਨਾਲ? ਰੱਬ ਨਾਲ। ਉਹ ਰੱਬ ਨਾਲ ਗੱਲਾਂ ਏਦਾਂ ਨਹੀਂ ਵੀ ਸਾਹਮਣੇ ਬਹਾ ਕੇ ਕੀਤੀਆਂ, ਉਹਨੇ ਆਪਣੇ ਅੰਦਰ ਆਕਾਸ਼ੀ ਉਡਾਰੀਆਂ ਮਾਰੀਆਂ। ਆਪ ਹੀ ਆਕਾਸ਼ੀ ਉਡਾਰੀਆਂ ਮਾਰੀਆਂ, ਆਪ ਹੀ ਜਵਾਬ ਮਿਲਿਆ। ਤੁਸੀਂ ਕਦੇ ਤਜਰਬਾ ਕਰਕੇ ਵੇਖ ਲਓ। ਮਨ 'ਚ ਹੀ ਪ੍ਰਸ਼ਨ ਆਪ ਨੂੰ ਹੀ ਕਰਿਓ, ਉਹਦਾ ਕੋਈ ਉੱਤਰ ਕਿਤੋਂ ਲਿਖਿਆ ਨਹੀਂ ਪੜੋਗੇ। ਮਨ ਹੀ ਕੁਝ ਟਾਈਮ ਬਾਅਦ ਤੁਹਾਨੂੰ ਉਹਦਾ ਉੱਤਰ ਦੇ ਦੂਗਾ, ਤੇ ਉਹ ਉੱਤਰ ਵੀ ਬਿਲਕੁਲ ਕਲੀਅਰ ਹੋਊਗਾ। ਹੁਣ ਮਨ ਕਿਹੜੇ ਸਕੂਲ 'ਚ ਪੜ੍ਹ ਕੇ ਆਏਗਾ? ਮਨ ਕਿਹੜੇ ਗੁਰੂ ਕੋਲੇ ਗਿਆਗਾ? ਪਰ ਮਨ ਨੇ ਸਵਾਲ ਕੀਤਾ, ਮਨ ਨੇ ਜਵਾਬ ਲੈ ਲਿਆ। ਇਹਨੂੰ ਕੀ ਕਿਹਾ ਜਾਂਦਾ? ਰੱਬ ਨਾਲ ਗੱਲਾਂ।
पर ये नहीं है भी रब सामने बहा के ना जिवें तुसीं आपां बैठे भी इदां बह के गल्लां करदा गा। चलो वाहिगुरू भला करे। इत्थे गुरु साहब जी कहंदे ने, वो परमात्मा ने भाई आप ही तिन्ने भवन साजे ने, सारिਆਂ ਦੇ ਵਿੱਚ ਉਹ आप ही रचिया मिचिया गा। हुक्मे धरती साजियन, धरती धर्मशाला। धरती धर्मशाला, धर्मशाला का अर्थ की होंदा जिथे धर्म कमाया जाए, वो धर्मशाला। जिथे धर्म कमाया जाए, जिथे आपां बैठे हैं ना, ये की है धर्मशाला। ये काहदे वास्ते आ, जिथे धर्म कमाउण दी मतलब चंगे काम करन दी सिक्ख्या दित्ती जावे। धर्मशाला, धर्म सच, शाला मकान, उसारी भाव जिथे चंगे काम करन दी प्रेरित कीती जावे, जिथे प्रेरणा दित्ती जावे। अगे पासे जिक्र करते ने, आप उपाए खपायन सच्चे दीन दयाला। आप ही जन्म देण वाला, आप ही सब नूं खपाउण वाला, खत्म करन वाला। हुण दुनिया दे विच इन्ने लोग मरदे ने, कदे देखिया भी धरती उच्ची हो गई? किन्ने लोग मरदे ने, ढेरां दे ढेर। कदे नहीं देखा भी आ धरती इन्नी उच्ची हो गई। हाँ उच्ची कीती, एक थां तो मिट्टी तब्दील की असीं कर सकते हैं, पर वो परमात्मा दे बनाए हुए जीवां दा इत्थे विनाश भी हो रहा, पैदा भी हो रहे ने। वो परमात्मा सब अपने हुक्म दे विच सारा कुछ कर रहा गा। सबना रिजक संभाहींदा, वो सारिਆਂ ਨੂੰ रिजक दे रहा है। तेरा हुक्म निराला, ये उहदा हुक्म है जिहड़ा निराला गा। इस हुक्म नूं कोई कोई बुझदा। हुक्म है बुझै तां दर सूझै, हुक्म है बुझै तां दर सूझै, तां उहदा दारा जिहड़ा सानूं पता लग सकदा, सुझ सकदे आ, ਉਹਨੂੰ समझ सकदे आ। आपे आप वरतदा, आपे प्रतपाला। आप ही सारिਆਂ ਵਿੱਚ ਵਰਤਦਾ ਹੋਇਆ, आप ही हो प्रतपाल है। प्रतपाल तो भाव पालना करन वाला, सारिਆਂ ਦੀ पालना करन वाला भी परमात्मा है। ਉਹਨੇ ਇੱਕੋ ਹੀ तख्त बना के उस तख्त ते आप विराजमान हो गया। आप वो सुभाईमान है, उस तख्त ते बैठा वो फैसले सुना रहा गा, फैसले कर रहा गा। ਉਹ ਤਖਤ ਕਿਹੜਾ ਗਾ? ਧਰਤੀ ਆਕਾਸ਼ ਪਤਾਲ। ਇਹਦੇ ਵਿੱਚ ਜਿੰਨੇ ਜੀਵ ਨੇ, ਸਾਰੇ ਜੀਵਾਂ ਦੇ ਵਿੱਚੋਂ ਆਪ ਰਚਿਆ ਹੋਇਆ ਹੈਗਾ। ਜੀਵਾਂ ਵਿੱਚ ਤਾਂ ਰਚਣਾ ਹੀ ਰਚਨਾ। ਜੇ ਆਪਾਂ ਹੱਥ ਇਦਾਂ ਕਰ ਲਈਏ ਨਾ, ਇਦਾਂ ਹੱਥ ਦੇ ਸੰਨ ਵਿੱਚ ਵੀ ਉਹ ਆਪ ਬੈਠਾ ਗਾ। ਇੰਨਾ ਬਰੀਕ ਵੀ ਆ, ਸੂਖਮ ਵੀ ਆ, ਤੇ ਇੰਨਾ ਵੱਡਾ ਗਾ, ਉਹਨੂੰ ਆਪਾਂ ਕਿਸੇ ਕਮਰੇ ਵਿੱਚ ਵੀ ਨਹੀਂ ਬੰਦ ਕਰ ਸਕਦੇਗੇ। ਉਹਨੂੰ ਕਿਸੇ ਆਪਾਂ ਹਾਲ ਵਿੱਚ ਵੀ ਨਹੀਂ ਬੰਦ ਕਰ ਸਕਦੇ, ਇੰਨਾ ਵੱਡਾ ਗਾ। ਆਪਾਂ ਉਹਨੂੰ ਬੰਦ ਕਰਨ ਵਾਲਾ ਹਾਲ ਨਹੀਂ ਬਣਾ ਸਕਦੇ। ਸੂਖਮ ਇੰਨਾ ਛੋਟਾ, ਇੰਨਾ ਉਹ ਸੂਈ ਦੇ ਨਖਾਰੇ ਥਾਣੇ ਵੀ ਲੰਘ ਜਾਂਦਾ ਹੈਗਾ, ਉਦੋਂ ਵੀ ਬਰੀਕ ਹੈਗਾ। ਉਹ ਰਾਈ ਦੇ ਦਾਣੇ ਤੋਂ ਵੀ ਛੋਟਾ ਗਾ, उदों भी छोटा गा। भाव उहदे छोटेपण का भी बयान नहीं किया जा सकता, परमात्मा के वड्डेपण का भी बयान नहीं किया जा सकता। सो इस करके अज की विचार इत्थे समाप्त आ। सतगुरु पातशाह जी कृपा करन, जो आपां सुनिया, जो आपां पढ़िया, उहदे ते साडा थोड़ा बहुता ध्यान आ जिहड़ा जरूर जावे, ते आपां गुरु की गल नूं समझ सकीए, तां साडी जिंदगी है जिहड़ी ये निराली जिंदगी बन सकदी आ, सोहनी जिंदगी बन सकदी है। सब दा धन्नवाद, होईयां भुल्लां दी खिमा। वाहिगुरू जी का खालसा,